BTV देख रहे ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਲਵਦੀ ਬੜਿਆਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਪੁਆਇੰਟ, ਜਿਸ ਦੇ ਵਿੱਚ ਅਸੀਂ ਪੰਜਾਬ ਤੇ ਦੇਸ਼ ਦੁਨੀਆ ਨਾਲ ਜੁੜੀਆਂ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਦੇ ਹਾਂ। ਇਨ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸ਼ਿਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸ਼ਿਵਿੰਦਰ ਜੀ। ਸ਼ੁਕਰੀਆ ਜੀ ਲਵਦੀ, ਮਿਹਰਬਾਨੀ ਜੀ। ਸ਼ਿਵਿੰਦਰ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਂਦੇ ਹਾਂ। ਭਾਰਤ ਤੇ ਕੈਨੇਡਾ ਦੇ ਜੋ ਕੂਟਨੀਤਿਕ ਸੰਬੰਧਾਂ ਦੇ ਵਿੱਚ ਵਿਗਾੜ ਆਈ ਹੋਈ ਹੈ, ਉਸ ਤੇ ਇੱਕ ਵਾਰ ਚਰਚਾ ਕਰ ਲੈਂਦੇ ਹਾਂ। ਦੋਨੋਂ ਹੀ ਜੋ ਦੇਸ਼ ਨੇ ਉਹਨਾਂ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਭਾਰਤ ਦੀ ਗੱਲ ਕਰੀਏ ਤਾਂ ਬੀਤੇ ਦਿਨੇ ਭਾਰਤ ਵੱਲੋਂ ਗੁਰਪਤਵੰਤ ਸਿੰਘ ਪੰਨੂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਸੀ। ਹਰਦੀਪ ਸਿੰਘ ਨਿੱਜਰ ਦੀਆਂ ਜੋ ਜ਼ਮੀਨਾਂ ਨੇ ਉਹਨਾਂ ਦੇ ਬਾਹਰ ਨੋਟਿਸ ਲਗਾਇਆ ਗਿਆ ਸੀ ਤੇ ਉਹਨਾਂ ਦੇ ਜੋ ਰਿਸ਼ਤੇਦਾਰ ਨੇ ਉਹਨਾਂ ਨੂੰ ਅਦਾਲਤ 'ਚ ਪੇਸ਼ ਹੋਣ ਨੂੰ ਕਿਹਾ ਸੀ। ਤੇ ਇਸ ਵਿਚਕਾਰ ਹੁਣ ਖਬਰ ਸਾਹਮਣੇ ਆ ਰਹੀ ਹੈ, ਜੋ ਬਾਹਰਲੇ ਮੁਲਕਾਂ 'ਚ ਬੈਠੇ ਖਾਲਿਸਤਾਨੀ ਸਮਰਥਕ ਨੇ ਉਹਨਾਂ ਦੇ ਜੋ OTC ਕਾਰਡ ਨੇ ਉਹਨਾਂ ਨੂੰ ਰੱਦ ਕੀਤਾ ਜਾਵੇਗਾ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਦੇਖੋ, ਇਹਦੇ ਵਿੱਚ ਹੈ ਕਿ ਬਹੁਤੀ ਤਾਂ ਵੈਸੇ ਕਾਰਵਾਈ ਭਾਰਤ ਵੱਲੋਂ ਹੀ ਹੋ ਰਹੀ ਹੈਗੀ ਆ। ਕੈਨੇਡਾ ਵੱਲੋਂ ਉਸ ਤਰ੍ਹਾਂ ਨਹੀਂ ਹੋਈ ਹੈਗੀ। ਉਹਨਾਂ ਨੇ ਸਿਰਫ ਆਪਣੇ ਇੱਕ ਨਾਗਰਿਕਾਂ ਨੂੰ ਕਿਹਾ ਕਿ ਤੁਸੀਂ ਜਦੋਂ ਭਾਰਤ ਜਾਣਾ ਤਾਂ ਥੋੜਾ ਜਿਹਾ ਸੋਚੋ ਤੇ ਫਲਾਣੀ ਥਾਂ ਉੱਤੇ ਜਾਣ ਤੋਂ ਗੁਰੇਜ਼ ਕਰੋ। ਮਤਲਬ ਰੋਕਿਆ ਨਹੀਂ ਹੈਗਾ, ਗੁਰੇਜ਼ ਕਰਨ ਦੀ ਗੱਲ ਕੀਤੀ ਹੈ। ਉਹਦੇ ਵਿੱਚ ਵੀ ਸੈਂਸਿਟਿਵ ਇਲਾਕੇ ਨੇ ਜਿਹੜੇ ਜਿਨ੍ਹਾਂ ਦਾ ਭਾਰਤ ਪਾਕਿਸਤਾਨ ਬਾਰਡਰ ਦੇ ਨਾਲ ਸੰਬੰਧ ਲੱਗਦਾ, ਜਾਂ ਇਸ ਤਰ੍ਹਾਂ ਦੇ ਜਿਹੜੇ ਇਲਾਕੇ ਹੈਗੇ ਨੇ। ਬਾਕੀ ਜਿਹੜਾ ਹੈਗਾ ਜਿਹੜੇ ਪੁਰਾਣੇ ਨਾਗਰਿਕ ਨੇ ਕੈਨੇਡਾ ਦੇ, ਜੋ ਭਾਰਤੀ ਮੂਲ ਦੇ, ਉਹਨਾਂ ਦੇ ਵੀਜ਼ੇ ਰੋਕਣ ਦਾ ਕੰਮ ਵੀ ਭਾਰਤ ਵੱਲੋਂ ਹੋਇਆ ਹੈ। ਜਾਂ ਫਿਰ ਗੁਰਪਤਵੰਤ ਪੰਨੂ ਵਗੈਰਾ ਦੀਆਂ ਜਾਇਦਾਦਾਂ, ਕਿਉਂਕਿ ਗੁਰਪਤਵੰਤ ਪੰਨੂ ਕੈਨੇਡਾ ਨਾਲ ਤਾਂ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਤਾਂ ਅਮਰੀਕਾ ਦਾ ਨਾਗਰਿਕ ਹੈਗਾ। ਤੇ ਈਵਨ ਇੱਥੋਂ ਤੱਕ ਕਿ ਸਾਡਾ ਮੰਨਣਾ ਹੈਗਾ ਕਿ ਗੁਰਪਤਵੰਤ ਪੰਨੂ ਆ ਜੋ, ਉਹਨੂੰ ਪੈਦਾ ਵੀ ਉਭਾਰਿਆ ਵੀ ਜਿਹੜਾ ਭਾਰਤ ਸਰਕਾਰ ਵੱਲੋਂ ਹੀ ਗਿਆ ਹੈਗਾ। ਉਹ ਕਿਉਂਕਿ ਉਹਦੀ ਕੋਈ ਐਡੀ ਬੁੱਕਤ ਹੈ ਨਹੀਂ ਸੀਗੀ। ਸਿੱਖ ਫॉर ਨਾ ਉਹਦੇ ਕਿਸੇ ਸਿੱਖ ਫॉर ਜਸਟਿਸ ਸੀ ਨਾ ਉਹਦੀ ਸੀਗੀ। ਇਸ ਕਰਕੇ ਉਹ ਜੋ ਵੀ ਕਾਰਵਾਈਆਂ ਕਰ ਰਿਹਾ ਸੀ, ਭੜਕਾਊ ਕਾਰਵਾਈਆਂ ਕਰ ਰਿਹਾ, ਨਫ਼ਰਤ ਵਾਲੀਆਂ ਕਾਰਵਾਈਆਂ ਕਰ ਰਿਹਾ, ਜਿਹਦੇ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਉਹਦੀ ਆਲੋਚਨਾ ਕੀਤੀ ਹੈ। ਤੇ ਹਿੰਦੂ ਭਾਈਚਾਰੇ ਬਾਰੇ ਜੋ ਉਹਨੇ ਗਲਤ ਬੋਲਿਆ, ਉਹਨਾਂ ਨੇ ਹਿੰਦੂ ਭਾਈਚਾਰੇ ਨੂੰ ਕਿਹਾ ਕਿ ਤੁਸੀਂ, ਇਹ ਮੁਲਕ ਤੁਹਾਡਾ ਹੈਗਾ, ਜਿਹੜੇ ਕਿ ਕੈਨੇਡਾ ਵਿੱਚ ਵਸਦੇ ਹਿੰਦੂ ਭਾਈਚਾਰਾ। ਸੋ ਇਸ ਕਰਕੇ ਗੁਰਪਤਵੰਤ ਪੰਨੂ ਦਾ ਜਿਹੜਾ ਉਥਾਨ ਹੋਇਆ ਨਾ ਸਾਰਾ, ਉਹਨੂੰ ਦੇਖੋ ਜਿੰਨਾ ਪੇਸ਼ਕਾਰੀ ਹੋ ਰਹੀ ਹੈ, ਭਾਰਤੀ TV ਚੈਨਲ ਕਰ ਰਹੇ ਨੇ, ਉਹਨੂੰ ਉਭਾਰ ਰਹੇ ਨੇ। ਭਾਰਤ ਸਰਕਾਰ ਨੇ ਉਹਨੂੰ ਇੱਕ ਹਾਈ ਪ੍ਰੋਫਾਈਲ ਬੰਦਾ ਬਣਾਇਆ, ਅਦਰਵਾਈਜ਼ ਇੰਨੇ ਜੋਗਾ ਹੈ ਨਹੀਂ ਸੀ। ਉਹ ਸਿਰਫ ਬੋਲਣ ਜੋਗਾ ਸੀ। ਉਹ ਬੋਲ ਵੀ ਕਿਸੇ ਦੇ ਸਿਰ ਤੇ ਹੀ ਟਿੰਗਰ ਰਿਹਾ ਹੈਗਾ। ਦੂਜੀ ਗੱਲ ਜਿਹੜੀ ਹੈਗੀ ਕਿ ਕੇਂਦਰ ਸਰਕਾਰ ਨੇ ਵਿਦੇਸ਼ਾਂ 'ਚ ਬੈਠੇ 19 ਜਣਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਕਿਹਾ ਵੀ ਇਹ ਜਿਹੜੇ ਹੈਗੇ ਨੇ ਦਹਿਸ਼ਤਗਰਦ ਹੈਗੇ ਨੇ। ਇਹਨਾਂ ਦੇ ਜਿਹੜੇ ਅਸੀਂ ਜਿਹੜਾ ਹੈਗਾ ਕਾਰਡ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਰੱਦ ਕਰਦੇ ਹੈਗੇ ਆ। ਉਹਦੇ ਵਿੱਚ ਹੁਣ ਇਹ 19 ਜਣਿਆਂ ਦਾ ਬਾਰੇ ਸਾਨੂੰ ਹਾਲੇ ਕੋਈ ਬਹੁਤੀ ਡਿਟੇਲ ਨਹੀਂ ਹੈਗੀ ਵੀ ਪਤਾ। ਕਿਸੇ ਨੂੰ ਵੀ ਨਹੀਂ ਪਤਾ ਜੇ ਕੋਈ ਦਾਅਵਾ ਕਰੇ ਵੀ ਇਹ ਖਾਲਿਸਤਾਨੀ ਨੇ, ਜਾਂ ਇਹ ਸੱਚੀ ਮੁੱਚੀ ਜਿਹੜਾ ਕਿਸ ਤਰ੍ਹਾਂ ਦਾ ਇਹਨਾਂ ਦਾ ਬੈਕਗਰਾਉਂਡ ਹੈਗਾ। ਹੋ ਸਕਦਾ ਕਿ ਕਿਸੇ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਰਹੇ ਹੋਣ। ਪਰ ਮਸਲਾ ਇਹ ਹੈਗਾ ਵੀ ਇਹਦੇ ਵਿੱਚ ਜਿਹੜਾ ਇਹਦੇ ਨਾਲ ਕੀ ਹੋਏਗਾ ਕਿ ਇਹਦੇ ਵਿੱਚ ਇੱਕ ਹੋਰ ਭਾਵੇਂ ਕੁਛ ਹੋਏ ਜਾਂ ਨਾ ਹੋਏ, ਕਿਉਂਕਿ ਖਾਲਿਸਤਾਨ ਦਾ ਦੇਖੋ ਪੰਜਾਬ ਦੇ ਵਿੱਚ ਕੋਈ ਇਹਦੀ ਗਰਾਊਂਡ ਨਹੀਂ ਹੈਗੀ ਖਾਲਿਸਤਾਨ ਦੀ, ਨਾ ਹੀ ਇਹਨੂੰ ਕੋਈ ਪੰਜਾਬ ਦੇ ਲੋਕ ਪਸੰਦ ਕਰਦੇ ਹੈਗੇ ਨੇ ਇਸ ਵਿਚਾਰਧਾਰਾ ਨੂੰ। ਕੈਨੇਡਾ ਵਿੱਚ ਵੀ ਇਹਦੀ ਸੋਚ ਵਾਲੇ ਬਹੁਤ ਘੱਟ ਲੋਕ ਨੇ, ਕਿਉਂਕਿ ਸਾਰੇ ਤੁਸੀਂ ਸਿੱਖ ਨੇ ਜਿਹੜੇ 2%, ਉਹਨਾਂ ਨੂੰ ਤੁਸੀਂ ਖਾਲਿਸਤਾਨੀ ਨਹੀਂ ਕਹਿ ਸਕਦੇ। ਇਸ ਸਮੇਂ ਖਾਲਿਸਤਾਨ ਦਾ ਜਿਹੜਾ ਹਊਆ ਖੜਾ ਕੀਤਾ ਜਾ ਰਿਹਾ, ਉਹ ਭਾਰਤ ਦੀ ਸਰਕਾਰ ਨੂੰ ਸੂਟ ਕਰ ਰਿਹਾ। ਭਾਰਤ ਦੀ ਸਰਕਾਰ ਇਹਨੂੰ ਹਊਆ ਖੜਾ ਕਰਕੇ 2024 ਦੀ ਇਲੈਕਸ਼ਨ ਦੇ ਵਿੱਚ ਯੂਜ਼ ਕਰਨਾ ਚਾਹੁੰਦੀ ਹੈਗੀ ਹੈ ਮੋਦੀ ਸਰਕਾਰ। ਤੇ ਇਸ ਕਰਕੇ ਤਾਂ ਜੋ ਕਿ ਇਹਦੇ ਵਿੱਚ ਬਹੁਤ ਗਿਣਤੀ ਹਿੰਦੂ ਭਾਈਚਾਰਾ ਡਰੇ ਇਹਦੇ ਕੋਲੋਂ। ਇਹਨਾਂ ਨੂੰ ਜਿਹੜਾ ਇੱਕ ਭਾਈਚਾਰੇ ਨੂੰ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਜਾਵੇ, ਜਿਵੇਂ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਬਣਾਇਆ ਜਾਂਦਾ, ਹੁਣ ਜਿਹੜਾ ਹੈਗਾ ਖਾਲਿਸਤਾਨ ਦੇ ਨਾਂ ਤੇ ਹਊਆ ਖੜਾ ਕੀਤਾ ਜਾਵੇ। ਸੋ ਇਹ ਇਹਨਾਂ ਦੀ ਇੱਕ ਆਪਣੀ ਇਲੈਕਸ਼ਨ ਦੀ ਪ੍ਰੈਕਟਿਸ ਹੋ ਰਹੀ ਹੈਗੀ ਹੈ। ਤੇ ਦੂਜੇ ਪਾਸੇ ਜੋ ਹੋਰ ਕੁਝ ਖਬਰਾਂ ਆ ਰਹੀਆਂ, ਜਿਵੇਂ ਭਾਰਤ ਕੈਨੇਡਾ ਵਿਵਾਦ ਦੇ ਵਿੱਚ ਹੁਣ ਅਮਰੀਕਾ ਦੇ ਵੀ ਉਲਝਣ ਦਾ ਖਤਰਾ ਹੋ ਗਿਆ। ਕਿਉਂਕਿ ਉਹਦਾ ਕਾਰਨ ਕੀ ਹੈ ਕਿ ਜਿਵੇਂ ਜਿਹੜਾ ਅਮਰੀਕਾ ਦੇ ਰਾਜਦੂਤ ਨੇ CTV ਨੂੰ ਜਿਹੜਾ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਮਰੀਕਾ ਇਹਨਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਾ ਹੈਗਾ ਜਿਹੜੇ ਕਿ ਕੈਨੇਡਾ ਨੇ ਲਾਏ ਨੇ। ਤੇ ਦੂਜੇ ਪਾਸੇ ਇੱਕ ਖਬਰ ਹੈ ਗਲੋਬਲ ਨਿਊਜ਼ ਦੀ ਆ ਰਹੀ ਹੈ, ਜਿਹੜਾ ਕੈਨੇਡਾ ਦਾ ਅਖਬਾਰ ਹੈ, ਕਿ ਇਹ ਜਿਹੜੀ ਟਰੂਡੋ ਕਹਿ ਰਿਹਾ ਹੈਗਾ, ਅਸਲ 'ਚ ਉਹਦੇ ਵਿੱਚ ਉਹ ਇਨਫੋਰਮੇਸ਼ਨ ਜਿਹੜੀ ਹੈ ਸਭ ਤੋਂ ਪਹਿਲਾਂ ਅਮਰੀਕਨ ਏਜੰਸੀਆਂ ਵੱਲੋਂ ਕੈਨੇਡਾ ਨੂੰ ਦਿੱਤੀ ਗਈ ਸੀਗੀ। ਇਹਦਾ ਮਤਲਬ ਕਿ ਹੁਣ ਭਾਰਤ ਇਹ ਦਾਅਵਾ ਨਹੀਂ ਕਰ ਸਕਦਾ ਕਿ ਅਮਰੀਕਾ ਸਾਡੇ ਨਾਲ ਖੜਾ ਹੈਗਾ। ਤੇ ਇੱਕ ਅਮਰੀਕੀ ਅਖਬਾਰ ਦਾ ਨਿਊਯਾਰਕ ਟਾਈਮਜ਼ ਵੱਲੋਂ ਦੇ ਜਿਹੜੇ ਸਰੋਤ ਨੇ, ਉਹਨਾਂ ਦੇ ਹਵਾਲੇ ਨਾਲ ਵੀ ਇੱਕ ਰਿਪੋਰਟ ਖਬਰ ਹੋਈ ਹੈ, ਪ੍ਰਕਾਸ਼ਿਤ ਹੋਈ ਹੈ ਕਿ ਕੈਨੇਡਾ ਨੂੰ ਅਮਰੀਕਾ ਤੋਂ ਜਿਹੜਾ ਹੈਗਾ ਖੁਫੀਆ ਜਾਣਕਾਰੀ ਮਿਲੀ ਸੀ। ਗਲੋਬਲ ਮੇਲ ਨੇ ਵੀ ਦਿੱਤੀ ਹੈ ਤੇ ਹੁਣ ਨਿਊਯਾਰਕ ਟਾਈਮਜ਼ ਨੇ ਵੀ ਇਹ ਖਬਰ ਦੇ ਦਿੱਤੀ ਹੈਗੀ ਆ। ਅਮਰੀਕਾ ਨੇ ਭਾਰਤ ਨੂੰ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕਰ ਦਿੱਤੀ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਸਾਰਾ ਸੀਨ ਹੈ ਉਹ ਹੁਣ ਬਦਲਦਾ ਇਹ ਆ ਰਿਹਾ ਹੈਗਾ ਕਿ ਭਾਰਤ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਵੀ ਖਾਲਿਸਤਾਨ ਵਾਲਾ ਇਸ਼ੂ, ਕਿਉਂਕਿ ਖੜਾ ਹੀ ਇਹਨਾਂ ਨੇ, ਭਾਰਤ ਸਰਕਾਰ ਨੇ ਕੀਤਾ।
ਜਿਹੜੀ ਇੱਕ ਬੈਨ ਅਲ-ਅਕਵਾਮੀ ਸਤਹ ਹੈਗੀ ਆ, ਇੰਟਰਨੈਸ਼ਨਲ ਲੈਵਲ ਹੈ ਜਿਹੜਾ, ਉਹਦੇ ਉੱਤੇ ਭਾਰਤ ਦੀ ਜੱਗਸਾਈ ਹੋ ਰਹੀ ਹੈ। ਤੇ ਜਿਹੜੇ ਪਾਸੇ ਜਿਵੇਂ ਗੋਦੀ ਮੀਡੀਆ ਭਾਰਤ ਦਾ ਲੱਗਿਆ ਹੋਇਆ ਹਲਾ-ਹਲਾ ਕਰਨ, ਉਹ ਬਿਨਾਂ ਤੱਥਾਂ ਤੋਂ ਲੱਗਿਆ ਹੋਇਆ ਹੈਗਾ। ਬਿਨਾਂ ਮਤਲਬ ਲੌਜਿਕ ਤੋਂ ਲੱਗਿਆ ਵੀ ਉਹ ਤਾਂ ਇੱਥੋਂ ਤੱਕ ਵੀ ਬੋਲਦਾ ਵੀ ਟਰੂਡੋ ਦਾ ਕਤਲ ਕਰ ਦਾਂਗੇ। ਮਤਲਬ ਇੱਕ ਤਾਂ ਇੱਥੋਂ ਤੱਕ ਪਹੁੰਚ ਗਿਆ ਤੇ ਕੋਈ ਇਹ ਵੀ ਕਹਿ ਰਿਹਾ ਕਿ ਅਮਰੀਕਾ ਕੈਨੇਡਾ ਨੂੰ ਸਬਕ ਸਿਖਾ ਦਾਂਗੇ। ਇਹ ਹਲਕੇ ਲੈਵਲ ਦੀਆਂ ਗੱਲਾਂ ਨੇ। ਅਸਲ ਵਿੱਚ ਮਸਲਾ ਕੀ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਦੇ ਉੱਤੇ ਫਸ ਗਈ ਹੈ ਕਿ ਭਾਈ ਜਿਹੜਾ ਕਤਲ ਹੈ ਕੈਨੇਡੀਅਨ ਨਾਗਰਿਕ ਦਾ, ਭਾਵੇਂ ਉਹਦੀ ਕਿਹੜੀ ਮਰਜ਼ੀ ਵਿਚਾਰਧਾਰਾ ਹੋਵੇ, ਉਹ ਤੁਸੀਂ ਕਰਾਇਆ ਕਿ ਨਹੀਂ ਕਰਾਇਆ, ਇਹਦੀ ਜਾਂਚ ਵਿੱਚ ਸਹਿਯੋਗ ਕਿਉਂ ਨਹੀਂ ਦਿੰਦੇ ਹੈਗੇ। ਇਹ ਮਸਲਿਆਂ ਉੱਤੇ ਭਾਰਤ ਸਰਕਾਰ ਘਿਰੀ ਹੋਈ ਹੈ ਹੁਣ। ਸ਼ਿਵਿੰਦਰ ਜੀ, ਜੋ ਪੰਜਾਬ ਦੇ ਹੋ ਗਏ ਜਾਂ ਸੂਬੇ ਦੇ ਹੋ ਗਏ ਵਿਰੋਧੀ ਦਲ ਹੋ ਗਏ, ਉਹਨਾਂ ਵੱਲੋਂ ਵੀ ਇਸ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਬਹੁਤ ਜ਼ਿਆਦਾ ਜੋ ਪੰਜਾਬੀ ਭਾਈਚਾਰਾ ਹੈ ਉਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਹੁਣੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਕਿਹਾ ਗਿਆ ਕਿ ਉਹ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਚ ਕੱਢਣਗੇ ਤੇ ਉਧਰੋਂ ਸੁਖਬੀਰ ਬਾਦਲ ਵੱਲੋਂ ਕਿਹਾ ਜਾ ਰਿਹਾ ਕਿ ਕਾਰਵਾਈ ਇਹ ਗਲਤ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਤਾਂ ਕਾਰਵਾਈ ਨਾਲ ਨਾ ਕਾਫੀ ਪ੍ਰਭਾਵਿਤ ਹੋਏਗਾ, ਹੋ ਵੀ ਰਿਹਾ ਹੈਗਾ, ਕਿਉਂਕਿ ਪੰਜਾਬ ਦੇ ਕੈਨੇਡਾ ਦੇ ਵਿੱਚ ਲੋਕ ਰਹਿੰਦੇ ਨੇ, ਪੰਜਾਬੀ ਰਹਿੰਦੇ ਨੇ ਵੱਡੀ ਗਿਣਤੀ 'ਚ, ਰਿਸ਼ਤੇਦਾਰੀਆਂ ਨੇ, ਹੋਰ ਸਾਰਾ ਕੁਛ ਹੈਗਾ ਤੇ ਇਹਦੇ ਸਿੱਧਾ ਪ੍ਰਭਾਵ ਹੋਏਗਾ। ਬਲਕਿ ਅਸੀਂ ਇਹ ਕਹਿੰਦੇ ਹਾਂ ਕਿ ਜਿਵੇਂ ਜਿਹੜਾ ਵੱਡਾ ਪ੍ਰਵਾਸ ਹੋ ਰਿਹਾ ਪੰਜਾਬੀਆਂ ਦਾ, ਉਹ ਕੈਨੇਡਾ ਵੱਲ ਹੀ ਹੋ ਰਿਹਾ ਹੈਗਾ ਤੇ ਉਹ ਇੱਕ ਤਰ੍ਹਾਂ ਦਾ ਪ੍ਰਭਾਵਿਤ ਹੋਏਗਾ। ਇਹ ਭਾਰਤ ਸਰਕਾਰ ਦਾ ਜਿਹੜਾ ਫੈਸਲਾ ਜਿਹੜਾ ਹੈਗਾ, ਪੰਜਾਬ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਫੈਸਲਾ ਹੈਗਾ। ਇਸੇ ਕਰਕੇ ਵਿਰੋਧੀ ਧਿਰਾਂ ਨੇ ਜਿਹੜੀਆਂ, ਉਹ ਕਹਿੰਦੀਆਂ ਕਿ ਠੀਕ ਹੈ ਕਿ ਕੈਨੇਡਾ ਦੇ ਮਾਮਲੇ ਤੇ ਭਾਵੇਂ ਕਿ ਤੁਸੀਂ ਤੁਹਾਡੇ ਦੋਸ਼ ਜਿਹੜੇ ਵੀ ਹੈਗੇ, ਅਸੀਂ ਉੱਥੇ ਤੱਕ ਦਾ ਸਾਥ ਦੇ ਸਕਦੇ ਹਾਂ ਤੁਹਾਡਾ, ਪਰ ਜਿਹੜਾ ਤੁਸੀਂ ਆਹ ਰੋਕਾਂ ਲਾ ਰਹੇ ਹੈਗੇ ਹੋ, ਜਿਵੇਂ ਕਿ ਵੀਜ਼ੇ ਉੱਤੇ ਲਾ ਦਿੱਤੀ ਰੋਕਾਂ, ਇਹ ਗਲਤ ਪ੍ਰਭਾਵ ਜਾਏਗਾ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਇੱਕ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਜੋ ਦੁਨੀਆ ਹੈ ਉਹ ਦੋਹਰੇ ਮਿਆਰਾਂ ਤੇ ਚੱਲ ਰਹੀ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਪ੍ਰਭਾਵਸ਼ਾਲੀ ਦੇਸ਼ ਨੇ ਉਹ ਜੋ ਬਦਲਾਵ ਹੈ ਉਹਨਾਂ ਦਾ ਵਿਰੋਧ ਕਰ ਰਹੇ ਨੇ। ਉਹਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੈ ਸ਼ੰਕਰ ਦਾ ਵੀ ਅਸਲ ਵਿੱਚ ਨਾ ਇੱਕ ਤਰ੍ਹਾਂ ਦਾ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਦੁਨੀਆ ਹਾਲੇ ਦੋਹਰੇ ਮਿਆਰਾਂ ਤੇ ਚੱਲ ਰਹੀ ਹੈ। ਪਹਿਲਾਂ ਤਾਂ ਦੋਹਰੇ ਮਿਆਰਾਂ ਨੂੰ ਹੀ ਉਹ ਪਰਿਭਾਸ਼ਿਤ ਨਹੀਂ ਕੀਤਾ ਉਹਨਾਂ ਨੇ ਚੰਗੀ ਤਰ੍ਹਾਂ, ਤੇ ਨਾਲ ਹੀ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜਾ ਹੈਗਾ ਵਾ ਜਿਹੜੇ ਇਤਿਹਾਸਕ ਰੂਪ ਦੇ ਵਿੱਚ ਪ੍ਰਭਾਵਸ਼ਾਲੀ ਨੇ ਤੇ ਉਹਨਾਂ ਨੇ ਕਈ ਸਮਰੱਥਾਵਾਂ ਦਾ ਹਥਿਆਰਾਂ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ। ਜੈ ਸ਼ੰਕਰ ਕਹਿ ਰਹੇ ਨੇ ਸੰਯੁਕਤ ਰਾਸ਼ਟਰ ਦੇ ਵਿੱਚ ਕਿ ਭਾਰਤ ਦੇ ਸਥਾਈ ਮਿਸ਼ਨ, ਸੰਯੁਕਤ ਰਾਸ਼ਟਰ ਵਿੱਚ ਭਾਰਤ ਤੇ ਰਿਲਾਇੰਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇੱਕ ਇਹਨਾਂ ਨੇ ਸਮਾਗਮ ਸੀਗਾ, ਉਹਦੇ ਵਿੱਚ ਸ਼ਿਰਕਤ ਕੀਤੀ ਸੀ ਤੇ ਦੱਖਣ ਦਾ ਉਭਾਰ ਤੇ ਭਾਈਵਾਲੀਆਂ ਸੰਸਥਾਵਾਂ ਦੇ ਵਿਚਾਰ ਸਰਲੇਖ ਹੇਠ ਇਹਨਾਂ ਨੇ ਜਿਹੜੇ ਇੱਕ ਸੈਸ਼ਨ ਦੇ ਵਿੱਚ ਸ਼ਨੀਚਰਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਕਿ ਬਦਲਾਅ ਦੀ ਸਿਆਸੀ ਇੱਛਾ ਸ਼ਕਤੀ ਦੀ ਥਾਂ ਤੇ ਸਿਆਸੀ ਦਬਾਅ ਨੇ ਲਈ ਹੋਈ ਹੈਗੀ ਆ। ਤੇ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਭਾਵਨਾ ਜਿਹੜੀ ਵੱਧ ਰਹੀ ਹੈ ਕਿ ਗਲੋਬਲ ਜਿਹੜਾ ਸਾਊਥ ਹੈ ਉਹ ਇੱਕ ਤਰੀਕੇ ਨਾਲ ਇਸ ਦੀ ਤਰਜਮਾਨੀ ਕਰਨ ਲੱਗਿਆ ਹੋਇਆ ਤੇ ਰਾਜਨੀਤੀ ਦਾ ਵਿਰੋਧ ਵੀ ਹੋ ਰਿਹਾ। ਸੋ ਗਲੋਬਲ ਸਾਊਥ ਸ਼ਬਦ ਦਾ ਇਸਤੇਮਾਲ ਜਿਹੜਾ ਵਿਕਾਸਸ਼ੀਲ ਤੇ ਘੱਟ ਗਿਣਤੀ ਵਿਕਸਿਤ ਦੇਸ਼ ਨੇ ਉਹਨਾਂ ਦੇ ਲਈ ਕੀਤਾ ਜਾਂਦਾ ਹੈਗਾ, ਜੋ ਮੁੱਖ ਤੌਰ ਤੇ ਅਫਰੀਕਾ ਤੇ ਏਸ਼ੀਆ ਦੇ ਲਤੀਨੀ ਅਮਰੀਕਾ ਦਾ ਸੰਬੰਧ ਹੈ ਰੱਖਦੇ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਦਲਾਅ ਦਾ ਜਿਹੜਾ ਵਿਰੋਧ ਉਹ ਕਰ ਰਹੇ ਨੇ। ਅਸੀਂ ਜਿਹੜਾ ਸਭ ਤੋਂ ਵੱਧ ਸੰਯੁਕਤ ਰਾਸ਼ਟਰ ਸਲਾਮਤੀ ਜੋ ਪਰਿਸ਼ਦ ਹੈ ਉਹਦੇ ਵਿੱਚ ਦੇਖਦੇ ਹਾਂ। ਉਹਨਾਂ ਨੇ ਕਿਹਾ ਕਿ ਆਰਥਿਕ ਸਰਦਾਰੀ ਹੈ ਜਿਨ੍ਹਾਂ ਦੀ ਉਹਨਾਂ ਦੇ ਉਤਪਾਦਨ ਸਮਰੱਥਾ ਦੇ ਉੱਤੇ ਲਾਭ ਹੈ। ਜੈ ਸ਼ੰਕਰ ਵੱਲੋਂ ਕੰਬੋਡੀਆ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਗਈ। ਇਹਦੇ ਵਿੱਚ ਜਿਹੜਾ ਮੇਨ ਚੀਜ਼ ਦਿਖ ਰਹੀ ਹੈ ਜੈ ਸ਼ੰਕਰ ਦੀ, ਉਹ ਭਾਰਤ ਦੀ ਜਿਹੜੀ ਸੰਯੁਕਤ ਰਾਸ਼ਟਰ ਵਿੱਚ ਸਥਾਈ ਮੈਂਬਰਸ਼ਿਪ ਹੈ ਉਹਨੂੰ ਲੈ ਕੇ ਜ਼ਿਆਦਾ ਜਿਹੜੀ ਉਹਨਾਂ ਨੇ ਆਪਣੀ ਉਹ ਜਿਹੜੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਮੋਦੀ ਸਰਕਾਰ ਚਾਹੁੰਦੀ ਵੀ ਹੈ ਕਿ ਆਹ ਚੋਣਾਂ ਤੋਂ ਪਹਿਲਾਂ ਇਹ ਸਥਾਈ ਮੈਂਬਰਸ਼ਿਪ ਸਾਨੂੰ ਮਿਲ ਜੇ, ਕਿਉਂਕਿ ਜਿਹਦੀ ਭਾਰਤ ਕਾਫੀ ਲੰਮੇ ਸਮੇਂ ਦੀ ਮੰਗ ਕਰ ਰਿਹਾ, ਤਾਂ ਉਹ ਇਹਨੂੰ ਬਹੁਤ ਵੱਡਾ ਪ੍ਰਾਪਤੀ ਵਜੋਂ ਦਿਖਾਉਣਗੇ ਉਹ, ਜੋ ਕਿ ਹਾਲੇ ਗੱਲ ਬਣਦੀ ਨਹੀਂ ਦਿਖ ਰਹੀ ਹੈਗੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜੋ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ, ਉਹਨਾਂ ਦੀ ਗੱਲਬਾਤ ਕਰ ਲੈਂਦੇ ਹਾਂ। ਕਿਹਾ ਜਾ ਰਿਹਾ ਹੈ ਦਿੱਲੀ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਬ੍ਰਿਜ ਭੂਸ਼ਣ ਵੱਲੋਂ ਜੋ ਮਹਿਲਾ ਪਹਿਲਵਾਨ ਨੇ ਉਹਨਾਂ ਦਾ ਜੋ ਸ਼ੋਸ਼ਣ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। ਕਿਸ ਤਰ੍ਹਾਂ ਦੇਖਦੇ ਹੋ? ਹਾਲਾਂਕਿ ਜੋ ਕੋਰਟ ਹੈ ਉਹਦੇ ਵੱਲੋਂ ਛੂਟ ਵੀ ਦਿੱਤੀ ਗਈ ਹੈ ਬ੍ਰਿਜ ਭੂਸ਼ਣ ਸਿੰਘ ਨੂੰ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਪੁਲਿਸ ਨੇ ਹੀ ਛੋਟ ਦਿੱਤੀ ਆ। ਭਾਰਤ ਦੀ ਬੀਜੇਪੀ ਦੀ ਸਰਕਾਰ ਜਿਹੜੀ ਭਾਜਪਾ ਦੀ ਇਹਨੂੰ ਬਚਾ ਰਹੀ ਹੈਗੀ ਆ, ਤੇ ਇਹਦੇ ਵਿੱਚ ਹੀ ਜਿਹੜਾ ਬਿਆਨ ਆਉਂਦਾ ਹੈਗਾ ਇਹ ਆਪਾ ਵਿਰੋਧੀ ਹੋ ਜਾਂਦਾ ਹੈਗਾ। ਤੇ ਦਿੱਲੀ ਪੁਲਿਸ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਦਾਅਵਾ ਕੀਤਾ ਕਿ ਕੁਸ਼ਤੀ ਫੈਡਰੇਸ਼ਨ ਦਾ ਜਿਹੜਾ ਸਾਬਕਾ ਪ੍ਰਧਾਨ ਭਾਜਪਾ ਦਾ ਲੀਡਰ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ, ਉਹਦੇ ਤੇ ਤੰਗ ਪਰੇਸ਼ਾਨ ਕਰਨ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ ਹੈਗਾ ਪਹਿਲਵਾਨਾਂ ਨੂੰ ਜਿਨਸੀ ਸ਼ੋਸ਼ਣ ਤੇ। ਸੋ ਕੋਰਟ ਨੇ ਬ੍ਰਿਜ ਭੂਸ਼ਣ ਨੂੰ ਜਿਹੜਾ ਇਸ ਕੇਸ ਦੇ ਵਿੱਚ ਪੇਸ਼ੀ ਤੋਂ ਇੱਕ ਦਿਨ ਦੀ ਛੋਟ ਦਿੱਤੀ ਆ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਵਧੀਕ ਚੀਫ ਜਿਹੜਾ ਹੈਗਾ ਮੈਜਿਸਟ੍ਰੇਟ ਹਰਜੀਤ ਸਿੰਘ ਜਸਪਾਲ
ਦੀ ਰਾਊਸ ਐਵਨਿਊ ਕੋਰਟ ਦੇ ਵਿੱਚ ਜੋ ਦਿਨ ਦੇ ਵਿੱਚ ਹਲਫਨਾਮੇ ਦਾਖਲ ਕੀਤੇ ਨੇ। ਸੋ ਪੁਲਿਸ ਨੇ ਕਿਹਾ ਕਿ ਉਹਨਾਂ ਕੋਲ ਬ੍ਰਿਜ ਭੂਸ਼ਣ ਦੇ ਖਿਲਾਫ ਕਈ ਸਾਰੇ ਸਬੂਤ ਹੈਗੇ ਨੇ ਤੇ ਦਿੱਲੀ ਪੁਲਿਸ ਨੇ ਹਲਫਨਾਮੇ ਵਿੱਚ ਤਜਾਕਿਸਤਾਨ ਦੀਆਂ ਕੁਝ ਕਥਿਤ ਘਟਨਾਵਾਂ ਦਾ ਹਵਾਲਾ ਵੀ ਦਿੱਤਾ ਹੈ ਤੇ ਇਹ ਘਟਨਾਵਾਂ ਆਪਣੇ ਆਪ ਵਿੱਚ ਬੋਲਦੀਆਂ ਨੇ ਤੇ ਬ੍ਰਿਜ ਭੂਸ਼ਣ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦਾ ਭਲੀ ਭਾਂਤ ਜਾਣੂ ਨੇ ਤੇ ਪੁਲਿਸ ਮੁਤਾਬਕ ਤਜਾਕਿਸਤਾਨ ਦੇ ਵਿੱਚ ਇੱਕ ਸਮਾਗਮ ਦੌਰਾਨ ਉਹਨੇ ਮਹਿਲਾ ਪਹਿਲਵਾਨ ਨੂੰ ਜਬਰੀ ਜੱਫੀ ਪਾਈ ਸੀ ਤੇ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਹਦੇ ਮਗਰੋਂ ਹੀ ਉਹਨੇ ਉਹਦੇ ਤੇ ਇਸ ਕਾਰਵਾਈ ਨੂੰ ਜਿਹੜਾ ਕਹਿੰਦੇ ਆ ਤਰਕਸੰਗਤ ਦੱਸਿਆ ਕਿ ਉਹ ਮਹਿਲਾ ਪਹਿਲਵਾਨ ਦੇ ਪਿਤਾ ਵਾਂਗ ਹੈਗਾ ਤੇ ਤਜਾਕਿਸਤਾਨ ਦੇ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਨਾਲ ਸੰਬੰਧਿਤ ਇੱਕ ਹੋਰ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਕਿ ਬ੍ਰਿਜ ਭੂਸ਼ਣ ਨੇ ਮਹਿਲਾ ਪਹਿਲਵਾਨ ਦੀ ਪ੍ਰਵਾਨਗੀ ਤੋਂ ਬਗੈਰ ਉਹਦੇ ਨਾਲ ਛੇੜਖਾਨੀ ਕੀਤੀ ਹੈਗੀ ਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੀ। ਹੁਣ ਮਸਲਾ ਇੱਥੇ ਆਪਣਾ ਲਬਦੀ ਤੇ ਆ ਜਾਂਦਾ ਹੈਗਾ ਕਿ ਦਿੱਲੀ ਪੁਲਿਸ ਬਚਾਉਣ ਲੱਗੀ ਸੀ। ਹੁਣ ਸ਼ਾਇਦ ਇਹਨਾਂ ਨੂੰ ਹੁਣ ਉੱਤੋਂ ਕੋਈ ਆਰਡਰ ਕੀ ਆਇਆ ਹੋ ਕੀ ਨਹੀਂ ਆਇਆ ਹੋਊਗਾ ਕਿ ਦਿੱਲੀ ਪੁਲਿਸ ਦਾ ਰੁਖ ਬਦਲ ਗਿਆ ਜਾਂ ਤਾਂ ਫਿਰ ਸੱਚੀ ਮੁੱਚੀ ਇੰਨੇ ਸੋਲਿਡ ਸਬੂਤ ਆ ਜੀ ਤੋਂ ਇਨਕਾਰ ਕਰਨਾ ਬੜਾ ਮੁਸ਼ਕਿਲ ਹੋ ਰਿਹਾ। ਇੱਕ ਤਾਂ ਇਹ ਚੀਜ਼ ਹੈ ਪਰ ਸਵਾਲ ਵੱਡਾ ਹੈ ਕਿ ਬੀਜੇਪੀ ਜਿਹੜੀ ਕਿ ਹੁਣੀ ਰੌਲਾ ਪਾ ਕੇ ਹਟੀ ਹੈ ਕਿ ਅਸੀਂ ਔਰਤ ਪਹਿਲਵਾਨਾਂ ਦੇ ਲਈ ਔਰਤਾਂ ਦੇ ਲਈ ਪੂਰੀਆਂ ਔਰਤਾਂ ਲਈ ਮਾਫ ਕਰਨਾ ਮੈਂ ਪਹਿਲਵਾਨ ਸ਼ਬਦ ਵਰਤ ਗਿਆ ਰਿਜ਼ਰਵੇਸ਼ਨ ਲਿਆਂਦਾ ਹੈਗਾ ਬਿੱਲ ਲਿਆਂਦਾ ਹੈਗਾ ਇਹਨੂੰ ਪਾਸ ਕਰਵਾਇਆ ਤੇ ਫਿਰ ਭਾਈ ਬ੍ਰਿਜ ਭੂਸ਼ਣ ਵਰਗਾ ਤੁਹਾਡਾ ਐਮਪੀ ਕਾਹਤੋਂ ਹੈ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਕਾਹਦੇ ਲਈ ਬਿਠਾਇਆ ਹੋਇਆ ਤੁਸੀਂ ਇਹਨੂੰ ਕੱਢੋ ਇਹਦੀ ਮੈਂਬਰਸ਼ਿਪ ਰੱਦ ਕਰੋ। ਇਹਨੂੰ ਹੁਣ ਤੱਕ ਬਚਾ ਕਿਉਂ ਰਹੇ ਸੀ? ਕੁਸ਼ਤੀ ਫੈਡਰੇਸ਼ਨ ਦੇ ਵਿੱਚੋਂ ਮਸਾਂ ਤੁਸੀਂ ਕਿੰਨਾ ਰੌਲੇ ਰੱਪੇ ਤੋਂ ਬਾਅਦ ਇਹਨੂੰ ਜਿਹੜਾ ਹੈਗਾ ਕੱਢਿਆ। ਸੋ ਇਹ ਤਮਾਮ ਸਵਾਲ ਬੀਜੇਪੀ ਦੀ ਆਪਣੀ ਲਿਆਕਤ ਤੇ ਖੜੇ ਕਰਦੇ ਨੇ। ਹੁਣ ਤੱਕ ਜਿਹੜੀ ਭਾਜਪਾ ਸਰਕਾਰ ਹੈ ਉਹ ਇਸ ਤਰ੍ਹਾਂ ਦੇ ਬਲਾਤਕਾਰੀਆਂ ਨੂੰ ਛੇੜਖਾਨੀ ਕਰਨ ਵਾਲਿਆਂ ਨੂੰ ਇਹ ਬਚਾਉਂਦੀ ਆਈ ਹੈ। ਸੁਰਿੰਦਰ ਜੀ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਵਿੱਚ ਹਜੇ ਵੀ ਬਹੁਤ ਸਾਰੇ ਐਸੇ ਲੀਡਰ ਨੇ ਜੋ ਹਜੇ ਵੀ ਆਪਣੀ ਸ਼ਬਦਾਵਲੀ ਤੇ ਕੰਟਰੋਲ ਨਹੀਂ ਕਰ ਰਹੇ। ਬੀਤੇ ਦਿਨ ਵੀ ਅਜਿਹੀਆਂ ਕੁਝ ਖਬਰਾਂ ਸਾਹਮਣੇ ਆਈਆਂ ਸੀ। ਭਾਜਪਾ ਦੇ ਲੀਡਰ ਜਿਹੜਾ ਦਾਨਿਸ਼ ਸ਼ਰੀਫ ਦੇ ਬਸਪਾ ਦਾ ਨੇਤਾ ਦਾਨਿਸ਼ ਸ਼ਰੀਫ ਬਾਰੇ ਜੋ ਭਾਜਪਾ ਦੇ ਐਮਪੀ ਵੱਲੋਂ ਬੋਲੀ ਗਈ ਸ਼ਬਦਾਵਲੀ ਹੈ ਉਹ ਨਫ਼ਰਤ ਨਹਾਇਤ ਨਫ਼ਰਤ ਦੀ ਪ੍ਰਤੀਕ ਹੈਗੀ ਆ। ਹੁਣ ਮਸਲਾ ਤਾਂ ਇਹ ਹੈ ਕਿ ਉਹਨੂੰ ਧਮਕੀ ਦੇ ਕੇ ਛੱਡ ਦਿੱਤਾ ਗਿਆ। ਤੁਸੀਂ ਛੱਡਣ ਦਾ ਕੀ ਮਤਲਬ ਹੈਗਾ ਕਿ ਇਹਦਾ ਮਤਲਬ ਕੀ ਉਹ ਇੱਕ ਗੁਨਾਹ ਹੋਰ ਕਰੇ ਇਸੇ ਤਰ੍ਹਾਂ ਫਿਰ ਬੋਲੇ ਨਾਲੇ ਉਹ ਤਾਂ ਇੱਕ ਤਰ੍ਹਾਂ ਦਾ ਪੂਰੀ ਨਫ਼ਰਤੀ ਉਹਨੂੰ ਸਿਰਫ ਇੱਥੇ ਤੱਕ ਹੀ ਨਹੀਂ ਕਿਹਾ ਜਾ ਸਕਦਾ ਵੀ ਉਹ ਗੈਰ ਸੰਸਦੀ ਭਾਸ਼ਾ ਉਹ ਪੂਰੀ ਨਫ਼ਰਤੀ ਭਾਸ਼ਾ ਹੈਗੀ ਹੈ ਤੇ ਉਸ ਨਫ਼ਰਤੀ ਭਾਸ਼ਾ ਨੂੰ ਜਿਹੜਾ ਇਹਦਾ ਮਤਲਬ ਉਹਦਾ ਕਾਰਨ ਇਹ ਹੈਗਾ ਕਿ ਉਹ ਨਫ਼ਰਤੀ ਭਾਸ਼ਾ ਬੀਜੇਪੀ ਦੇ ਵੱਡੇ ਲੀਡਰ ਬੋਲਦੇ ਰਹੇ ਹੈਗੇ ਨੇ ਤੇ ਉਹਦੇ ਹੀ ਰਿਐਕਸ਼ਨ ਦੇ ਵਿੱਚੋਂ ਬੀਜੇਪੀ ਦੇ ਇਸ ਐਮਪੀ ਦੇ ਵਿੱਚੋਂ ਅਸੀਂ ਦੇਖੀ ਹੈਗੀ ਆ। ਤੇ ਸਵਾਲ ਤਾਂ ਇਹ ਹੈਗਾ ਕਿ ਜਦੋਂ ਅਸੀਂ ਨਫ਼ਰਤੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਮੋਦੀ ਤੱਕ ਦੀ ਨਫ਼ਰਤੀ ਭਾਸ਼ਾ ਸਾਡੇ ਸਾਹਮਣੇ ਪਈ ਹੈ। ਸੁਰਿੰਦਰ ਜੀ ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਇਸ ਸਾਲ ਵਿਧਾਨ ਸਭਾ ਦੇ ਬਹੁਤ ਸਾਰੇ ਰਾਜਾਂ ਦੇ ਵਿੱਚ ਚੁਣਾਵ ਆਉਣ ਵਾਲੇ ਨੇ। ਇਸ ਵਿਚਕਾਰ ਜੋ ਪਾਰਟੀਆਂ ਨੇ ਉਹਦੀਆਂ ਸਰਗਰਮੀਆਂ ਕਾਫੀ ਤੇਜ਼ ਹੋ ਚੁੱਕੀਆਂ। ਹਰ ਜਗ੍ਹਾ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਹੋਵੇ ਕਾਂਗਰਸ ਹੋਵੇ ਪੂਰੀ ਜ਼ੋਰ ਲਗਾਇਆ ਜਾ ਰਿਹਾ ਕਿ ਆਉਣ ਵਾਲੇ ਜੋ ਚੁਣਾਵ ਨੇ ਉਹਨਾਂ ਵਿੱਚ ਜਿੱਤਿਆ ਜਾ ਸਕੇ। ਇਸ ਦੇ ਵਿੱਚ ਰਾਹੁਲ ਗਾਂਧੀ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਨ੍ਹਾਂ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੋ ਮੱਧ ਪ੍ਰਦੇਸ਼ ਹੈ ਛੱਤੀਸਗੜ੍ਹ ਹੈ ਤੇ ਉਹਨਾਂ ਵਿੱਚ ਉਹਨਾਂ ਦੀ ਜਿੱਤ ਪੱਕੀ ਹੈ ਤੇ ਇਸ ਤਰ੍ਹਾਂ ਰਾਜਸਥਾਨ ਦੀ ਗੱਲ ਕਰੀਏ ਤਾਂ ਕਾਂਟੇ ਦੀ ਟੱਕਰ ਰਹੇਗੀ। ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ? ਦੇਖੋ ਉਹ ਤਾਂ ਬੀਜੇਪੀ ਵੀ ਕਹੇਗੀ ਸਾਡੀ ਜਿੱਤ ਪੱਕੀ ਹੈ ਤਾਂ ਹੁਣ ਉਦੋਂ ਹੀ ਪਤਾ ਲੱਗੇਗਾ ਕਿ ਜਦੋਂ ਜਿਹੜਾ ਹੈਗਾ ਨਤੀਜੇ ਸਾਹਮਣੇ ਆਉਣਗੇ। ਹਾਲੇ ਤਾਂ ਇਲੈਕਸ਼ਨ ਨਹੀਂ ਹੋਈ ਹੈਗੀ ਤੇ ਇਲੈਕਸ਼ਨ ਤੋਂ ਬਾਅਦ ਨਤੀਜੇ ਆਉਂਦੇ ਨੇ। ਹਾਲ ਦੀ ਘੜੀ ਇਹ ਹੈਗੀ ਹੈ ਕਿ ਮੱਧ ਪ੍ਰਦੇਸ਼ ਦੀ ਪਿਛਲੀ ਵਾਰ ਮੱਧ ਪ੍ਰਦੇਸ਼ ਨੂੰ ਕਾਂਗਰਸ ਨੇ ਜਿੱਤਿਆ ਸੀਗਾ ਬਟ ਉਹ ਜੋੜ ਤੋੜ ਕਰਕੇ ਬੀਜੇਪੀ ਦੀ ਸਰਕਾਰ ਸੱਤਾ 'ਚ ਆ ਗਈ ਸੀ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਹੈ ਕਾਂਗਰਸ ਨੇ ਜਿੱਤੀ ਸੀ ਪਰ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋਈ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਉਹ ਬੀਜੇਪੀ ਅੱਗੇ ਸੀਗੀ ਤੇ ਹਾਲਾਂਕਿ ਇਹਨੂੰ ਆਏ ਵੀ ਆਪਾਂ ਦੇਖ ਸਕਦੇ ਹਾਂ ਕਿ ਲੋਕ ਸਭਾ ਦੇ ਨਤੀਜਿਆਂ ਦੇ ਵਿੱਚ ਤੇ ਵਿਧਾਨ ਸਭਾ ਦੇ ਨਤੀਜਿਆਂ ਵਿੱਚ ਉੱਥੇ ਦੇ ਜਿਹੜੇ ਸਮੀਕਰਨ ਨੇ ਉਹਨਾਂ ਵਿੱਚ ਕਾਫੀ ਫਰਕ ਹੁੰਦਾ ਹੈ। ਲੇਕਿਨ ਇਸ ਸਮੇਂ ਕੀ ਰਹੇਗਾ ਵੀ ਛੱਤੀਸਗੜ੍ਹ ਦੇ ਵਿੱਚ ਸੱਤਾ ਵਿਰੋਧੀ ਲਹਿਰ ਕਾਂਗਰਸ ਦਾ ਨੁਕਸਾਨ ਕਰਦੀ ਹੈ ਕਿ ਨਹੀਂ ਕਰਦੀ ਇੱਕ ਤਾਂ ਇਹ ਸਵਾਲ ਹੈ। ਮੱਧ ਪ੍ਰਦੇਸ਼ ਦੇ ਵਿੱਚੋਂ ਹਾਲ ਦੀ ਘੜੀ ਕਾਂਗਰਸ ਇਹ ਸੋਚ ਕੇ ਚੱਲ ਰਹੀ ਹੈ ਵੀ ਅਸੀਂ ਈਜ਼ੀ ਜਿੱਤ ਲਾਂਗੇ ਇਸ ਕਰਕੇ ਕੋਈ ਬਹੁਤਾ ਕਮਲਨਾਥ ਨੇ ਬਹੁਤਾ ਆਪਣਾ ਧਨ ਸ਼ਕਤੀ ਉੱਤੇ ਜ਼ੋਰ ਨਹੀਂ ਦਿੱਤਾ। ਇਹ ਖਬਰਾਂ ਆ ਰਹੀਆਂ ਹੈਗੀਆਂ ਪਰ ਇਹਦੇ ਬਾਵਜੂਦ ਕੀ ਮਤਲਬ ਜਿਵੇਂ ਬੀਜੇਪੀ ਦੀ ਜਿਹੜੀ ਪੋਲਰਾਈਜ਼ ਵਾਲੀ ਸਿਆਸਤ ਹੈ ਫਿਰਕੂ ਧਰੂਵੀਕਰਨ ਵਾਲੀ ਸਿਆਸਤ ਹੈ ਕੀ ਉਹ ਕਾਮਯਾਬ ਹੁੰਦੀ ਹੈ ਕਿ ਨਹੀਂ ਹੁੰਦੀ ਇਹਦੇ ਬਾਰੇ ਹਾਲੇ ਬਹੁਤ ਸਾਰੇ ਸਵਾਲ ਖੜੇ ਆ। ਇੱਕਦਮ ਕਹਿਣਾ ਬੜਾ ਮੁਸ਼ਕਿਲ ਹੈ ਕਿ ਉੱਥੇ ਕੌਣ ਸਟਰੋਂਗ ਹੈ ਕੌਣ ਨਹੀਂ ਜਦੋਂ ਕਿ ਹਾਲੇ ਕਿਸੇ ਨੇ ਕੋਈ ਉਮੀਦਵਾਰ ਨਹੀਂ ਐਲਾਨਿਆ ਬਕਾਇਦਾ ਕੋਈ ਜਿਹੜਾ ਉਹਦਾ ਹਾਲੇ ਵਿਗਲ ਨਹੀਂ ਵੱਜਿਆ ਚੋਣਾਂ ਦਾ। ਉਦੋਂ ਤੱਕ ਹਾਲੇ ਕੋਈ ਤਸਵੀਰ ਬਿਲਕੁਲ ਧੁੰਦਲੀ ਹੈ। ਫਿਲਹਾਲ ਹਰ ਪਾਰਟੀ ਦਾਅਵਾ ਕਰ ਰਹੀ ਹੈ ਤੇ ਇਹਨੇ ਵੀ ਕੀਤਾ ਹੈਗਾ ਆਪਣਾ ਦਾਅਵਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਦੌਰੇ ਤੇ ਪਹੁੰਚੇ ਹੋਏ ਨੇ। ਆਪਣੇ ਭਾਸ਼ਣ ਦੌਰਾਨ ਸੰਬੋਧਨ ਦੌਰਾਨ ਨੇ ਗੱਲ ਕਹੀ ਕਿ ਕਾਂਗਰਸ ਜਿੱਥੇ ਵੀ ਜਾਂਦੀ ਹੈ ਗਰੰਟੀਆਂ ਦਿੱਤੀਆਂ ਜਾਂਦੀਆਂ ਕਾਂਗਰਸ ਵੱਲੋਂ ਪਰ ਕਾਂਗਰਸ ਜਿੱਥੇ ਜਾਂਦੀ ਹੈ ਉੱਥੇ ਬਰਬਾਦੀ ਹੁੰਦੀ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ?
ਨਿਹਾਇਤ ਬਿਆਨ ਜਿਹੜਾ ਪੋਲੀਟੀਕਲ ਬਿਆਨ ਹੈਗਾ ਇਹ ਆਪਣਾ ਲਵਦੀਪ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਕੋਈ ਇਹੋ ਜਿਹਾ ਬਿਆਨ ਆ ਕੇ ਜੀ ਮੈਨੂੰ ਲੱਗਦਾ ਅਸੀਂ ਚਰਚਾ ਕਰੀਏ, ਕਿਉਂਕਿ ਜਦੋਂ ਸਾਡਾ ਪ੍ਰਧਾਨ ਮੰਤਰੀ ਚੋਣਾਂ ਦੇ ਵਿੱਚ ਬੋਲਦੇ ਨੇ ਉਦੋਂ ਉਹਨਾਂ ਦੀ ਭਾਸ਼ਾ ਬਹੁਤ ਹੀ ਥੱਲੇ ਵਾਲੇ ਪੱਧਰ ਦੀ ਹੋ ਜਾਂਦੀ ਆ। ਐਂ ਲੱਗਦਾ ਕਿ ਜਿਵੇਂ ਇੱਕ ਗਲੀ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਦਾਦਾ ਨਹੀਂ ਹੁੰਦਾ ਹੈਗਾ, ਗੁੰਡਾ, ਉਹ ਬੋਲਦਾ। ਸਗੋਂ ਮੈਨੂੰ ਲੱਗਦਾ ਮੁਲਕ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਭਾਸ਼ਾ ਉਹ ਗਲੀ ਦੇ ਦਾਦੇ ਵਰਗੀ ਨਹੀਂ ਹੋਣੀ ਚਾਹੀਦੀ ਹੈਗੀ, ਬਦਮਾਸ਼ ਵਰਗੀ ਨਹੀਂ ਹੋਣੀ ਚਾਹੀਦੀ। ਉਹ ਪ੍ਰਧਾਨ ਮੰਤਰੀ, ਉਹਨਾਂ ਨੂੰ ਆਪਣੇ ਰੁਤਬੇ ਦੀ ਜਿਹੜੇ ਹੈਗੀ ਹੈ ਕਦਰ ਕਰਨੀ ਚਾਹੀਦੀ ਹੈ। ਬਾਕੀ ਇਹ ਕਿ ਸਵਾਲ ਤਾਂ ਕੋਈ ਤੁਹਾਨੂੰ ਵੀ ਕਰ ਸਕਦਾ ਹੈਗਾ ਕਿ ਤੁਸੀਂ ਜਦੋਂ ਵੀ ਕਿਤੇ ਜਾਂਦੇ ਹੋ, ਸੂਬੇ ਚੋਣਾਂ ਹੁੰਦੀਆਂ, ਤੁਸੀਂ ਉੱਥੇ ਫੁੱਟ ਪਾਊ ਰਾਜਨੀਤੀ ਕਰਦੇ ਹੋ, ਤੁਸੀਂ ਉੱਥੇ ਫਿਰਕੂ ਧੋਬੀਕਰਨ ਦੀ ਸਿਆਸਤ ਕਰਦੇ ਹੋ। ਤੁਹਾਡੇ ਵੱਲ ਸਗੋਂ ਵੱਧ ਸਵਾਲ ਆ ਰਹੇ ਹੈਗੇ ਨੇ, ਕਿਉਂਕਿ ਅਜੇ ਤੱਕ ਜਿੱਥੇ-ਜਿੱਥੇ ਇਹੋ ਜਿਹੀਆਂ ਫਿਰਕੂ ਘਟਨਾਵਾਂ ਹੋਈਆਂ, ਤੁਸੀਂ ਉੱਥੇ ਆਪਣੇ ਜਿਵੇਂ ਮਣੀਪੁਰ ਵਿੱਚ ਤੁਹਾਡਾ ਹਾਲੇ ਅਜੇ ਵੀ ਇੱਕ ਵੀ ਦੌਰਾ ਨਹੀਂ ਹੋਇਆ ਹੈਗਾ, ਜੋ ਕਿ ਐਜ਼ ਏ ਪ੍ਰਾਈਮ ਮਿਨਿਸਟਰ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ ਤੇ ਸਵਾਲ ਖੜੇ ਕਰਦੀ ਹੈ ਗੱਲ। ਜਿੰਦਰ ਜੀ, ਮਣੀਪੁਰ ਦੀ ਗੱਲ ਕਰੀਏ ਤਾਂ ਮਣੀਪੁਰ ਬਾਰੇ ਜੋ ਉੱਥੇ ਦੇ ਸੀਐਮ ਐਨ ਬਰੀਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਜੋ ਘਟਨਾਵਾਂ ਹੈ ਉਹ ਕਾਫੀ ਘਟ ਚੁੱਕੀਆਂ ਤੇ ਹਿੰਸਕ ਘਟਨਾਵਾਂ ਉਸ ਤਰ੍ਹਾਂ ਦੀਆਂ ਨਹੀਂ ਰਹੀਆਂ। ਪਰ ਜੇ ਅਸੀਂ ਹਕੀਕਤ ਦੇਖਦੇ ਹਾਂ ਤਾਂ ਕਾਫੀ ਕੁਝ ਸਹੀ ਨਜ਼ਰ ਆਉਂਦਾ, ਉੱਦਾਂ ਦਾ ਨਜ਼ਰ ਨਹੀਂ ਆਉਂਦਾ। ਮਣੀਪੁਰ ਦੇ ਮੁੱਖ ਮੰਤਰੀ ਨੂੰ ਸ਼ਾਇਦ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਲੋਕ ਨੇ ਨਾ ਉਹ ਮੂਰਖ ਨੇ ਤੇ ਉਹਨਾਂ ਨੂੰ ਜਿਵੇਂ ਮਰਜ਼ੀ ਚਾਰਿਆ ਜਾ ਸਕਦਾ ਹੈਗਾ। ਮਣੀਪੁਰ ਵੀ ਤੁਸੀਂ ਆਪ ਹੀ ਕਹਿ ਰਹੇ ਹੈਗੇ ਹੋ, ਹਾਲੇ 2 ਦਿਨ ਪਹਿਲਾਂ ਤੁਹਾਡੀ ਪੁਲਿਸ ਦਾ ਕਹਿਣਾ ਸੀ ਕਿ ਹਥਿਆਰਬੰਦ ਬੰਦਿਆਂ ਨੇ ਜਿਹੜੇ ਹਥਿਆਰ ਲੁੱਟੇ ਹੋਏ ਆ, ਉਹਦੇ ਥਰੂ ਉਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ। ਉਹ ਆਪਾਂ ਇਸ ਖਬਰ ਨੂੰ ਚਰਚਾ ਵੀ ਕੀਤਾ ਸੀ ਕੁਝ ਦਿਨ ਪਹਿਲਾਂ। ਲਗਾਤਾਰ ਸਾੜ ਫੂਕ ਹੋ ਰਹੀ ਹੈ, ਮਾਰੇ ਜਾ ਰਹੇ ਨੇ ਬੰਦੇ, ਤੇ ਅਜੇ ਤੱਕ ਇਹ ਸਾਰਾ ਕੁਝ ਹੋ ਰਿਹਾ। ਜੇ ਤੁਸੀਂ ਫੇਰ ਵੀ ਕਹੋ ਕਿ ਘਟਨਾਵਾਂ ਜਿਹੜੀਆਂ ਪਹਿਲਾਂ ਨਾਲੋਂ ਘੱਟ ਆ, ਫਿਰ ਸਾਨੂੰ ਐਂ ਦੱਸ ਦਿਓ ਕਿ ਪਹਿਲਾਂ ਇਦੋਂ ਵੀ ਜ਼ਿਆਦਾ ਸੀਗੀਆਂ ਤਾਂ ਕਿੰਨੀਆਂ ਸੀਗੀਆਂ, ਫਿਰ ਉਹ ਕਿਉਂ ਲੁਕੋਈਆਂ ਹੋਈਆਂ ਨੇ? ਪਹਿਲਾਂ ਉਹ ਵੀ ਦੱਸ ਦਿਓ। ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਜੇ ਹੁਣ ਵਾਲੀਆਂ ਘਟਨਾਵਾਂ ਇੰਨੀਆਂ ਹੋ ਕੇ ਵੀ ਘੱਟ ਲੱਗਦੀਆਂ ਨੇ, ਇਹਦਾ ਮਤਲਬ ਪਹਿਲਾਂ ਬਹੁਤ ਜ਼ਿਆਦਾ ਸੀਗਾ। ਉਹਦਾ ਖੁਲਾਸਾ ਕਰ ਦਿਓ ਕਿ ਭਾਈ ਪਹਿਲਾਂ ਕਿੰਨੀਆਂ ਸੀਗੀਆਂ, ਤੁਸੀਂ ਉਹ ਵੀ ਨਹੀਂ ਦੱਸ ਰਹੇ ਹਾਲੇ। ਜੋਗਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ ਜੋ ਵੈਸਟ ਬੰਗਾਲ ਨਾਲ ਜੁੜੀ ਹੋਈ ਹੈ। ਮਮਤਾ ਬੈਨਰਜੀ ਦੀ ਗੱਲ ਕਰੀਏ ਤਾਂ ਬੀਤੇ ਦਿਨ ਉਹ ਸਪੇਨ ਦੇ ਦੌਰੇ ਤੇ ਗਈ ਸੀ ਤੇ ਯੂਏਈ ਦਾ ਵੀ ਦੌਰਾ ਕੀਤਾ ਸੀ ਉਹਨਾਂ ਨੇ, ਕਿਉਂਕਿ ਜੋ ਵੈਸਟ ਬੰਗਾਲ ਦੇ ਵਿੱਚ ਬਹੁਤ ਜਲਦੀ ਕਾਨਫਰੰਸ ਹੋਣ ਵਾਲੀ ਹੈ, ਸਮਿਟ ਹੋਣ ਵਾਲੀ ਹੈ, ਜਿਸ ਨੂੰ ਲੈ ਕੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਗਈ ਸੀ। ਇਸ ਵਿਚਕਾਰ ਹੁਣ ਜੋ ਬੀਜੇਪੀ ਹੈ ਤੇ ਟੀਐਮਸੀ ਉਹਨਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਤੇ ਉੱਧਰ ਜੋ ਕਾਂਗਰਸ ਵੀ ਹੈ, ਕਾਂਗਰਸ ਵੱਲੋਂ ਵੀ ਟੀਐਮਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸ ਤਰ੍ਹਾਂ ਦੇਖਦੇ ਹੋ? ਇਹ ਅਸਲ 'ਚ ਨਾ ਕਿਉਂਕਿ ਆਮ ਹੀ ਵਿਰੋਧੀ ਧਿਰਾਂ ਨੇ ਉਹ ਨਰਿੰਦਰ ਮੋਦੀ ਨੂੰ ਘੇਰਦੀਆਂ ਨੇ ਉਹਦੇ ਵਿਦੇਸ਼ੀ ਦੌਰਿਆਂ ਦੇ ਉੱਤੇ, ਵੀ ਮਿੰਟ ਕੁ ਬਾਅਦ ਉਹ ਵਿਦੇਸ਼ੀ ਦੌਰਿਆਂ ਉੱਤੇ ਚਲੇ ਜਾਂਦੇ ਨੇ। ਜੀ। ਇਸੇ ਤਰ੍ਹਾਂ ਮਮਤਾ ਨੇ ਇਹਨਾਂ ਦਿਨਾਂ ਦੇ ਵਿੱਚ ਕੁਝ ਦੌਰੇ ਕੀਤੇ ਨੇ, ਔਰ ਸਾਨੂੰ ਉਹਦੇ ਪੋਲੀਟੀਕਲ ਪਰਪਸ ਕੀ ਨੇ, ਉਹਦੇ ਸਮੇਂ 'ਚ ਸੂਬੇ ਲਈ ਕੀ ਉਹਦਾ ਬੈਨੀਫਿਟ ਹੋਏਗਾ, ਉਹ ਸਾਨੂੰ ਹਾਲੇ ਨਹੀਂ ਪਤਾ ਹੈਗਾ, ਉਹ ਅੱਗੇ ਜਾ ਕੇ ਪਤਾ ਲੱਗੇਗਾ। ਲੇਕਿਨ ਇਸ ਮੁੱਦੇ ਉੱਤੇ ਹੁਣ ਬੀਜੇਪੀ ਨੇ ਮਮਤਾ ਬੈਨਰਜੀ ਜਾਂ ਤ੍ਰਿਣਮੂਲ ਕਾਂਗਰਸ ਨੂੰ ਘੇਰਨਾ ਸ਼ੁਰੂ ਕੀਤਾ ਕਿ ਦੇਖੋ ਜੀ, ਮਮਤਾ ਵੀ ਵਿਦੇਸ਼ੀ ਦੌਰੇ ਕਰ ਰਹੀ ਹੈ। ਉਹਦਾ ਅਸਲ ਵਿੱਚ ਐਂ ਹੁੰਦਾ ਕਿ ਜਿਵੇਂ ਹੁੰਦਾ ਵੀ ਸਾਡੇ ਵੱਡੇ ਲੀਡਰ, ਤੁਸੀਂ ਕਹਿੰਦੇ ਹੋ ਅਸੀਂ ਤੁਹਾਡੇ ਵੱਡੇ ਲੀਡਰ ਨੂੰ ਘੇਰਾਂਗੇ ਇਸ ਮਾਮਲੇ ਦੇ ਉੱਤੇ। ਪਰ ਹੁਣ ਸਵਾਲ ਹੈ ਕਿ ਮਮਤਾ ਦੇ ਜਿਹੜੇ ਦੌਰੇ ਦੂਰੇ ਨੇ ਉਹ ਹਾਲੇ ਹੁਣ ਸਾਹਮਣੇ ਆਏ ਨੇ ਕੁਝ ਦੌਰੇ, ਤੇ ਨਰਿੰਦਰ ਮੋਦੀ ਤਾਂ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਆ, ਮਾਸ਼ਾਅੱਲਾ, ਉਹਨਾਂ ਨੇ ਦੌਰਿਆਂ ਤੋਂ ਬਿਨਾਂ ਹੋਰ ਕੁਝ ਕੀਤਾ ਹੀ ਨਹੀਂ ਹੈਗਾ। ਤੇ ਅੱਛਾ, ਉਸ ਦੌਰਿਆਂ ਦੇ ਵਿੱਚ ਦੀ ਪ੍ਰਾਪਤੀ ਕੀ ਹੋਈ ਅਜੇ ਤੱਕ ਉਹ ਵੀ ਨਹੀਂ ਸਾਨੂੰ ਪਤਾ ਲੱਗਿਆ, ਕਿ ਉਹਦੇ ਵਿੱਚ ਹਰ ਮੁਲਕ ਨੇ ਆਪਣੇ ਹੱਥ ਹੀ ਵਢਾਏ ਹੈਗੇ ਨੇ। ਮਤਲਬ ਦੂਜੇ ਮੁਲਕਾਂ ਨਾਲ ਜਿਹੜੇ ਸਮਝੌਤੇ ਕੀਤੇ ਉਹਦੇ ਵਿੱਚ ਜਾਂ ਤਾਂ ਉਹਨਾਂ ਮੁਲਕਾਂ ਨੂੰ ਜਿਹੜਾ ਹੈਗਾ ਫਾਇਦਾ ਹੋਇਆ, ਜਾਂ ਫਿਰ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਉਹਨਾਂ ਨੂੰ ਫਾਇਦਾ ਹੋਇਆ ਹੈਗਾ, ਜਾਂ ਫਿਰ ਜਿਹੜਾ ਫਾਇਦਾ ਹੋਇਆ ਉਹ ਭਾਰਤ ਦੇ 1-2 ਵੱਡੇ ਪੂੰਜੀਪਤੀਆਂ ਨੂੰ ਫਾਇਦਾ ਹੋਇਆ। ਜੀ। ਜਿੰਦਰ, ਜਿੱਦਾਂ ਟੀਐਮਸੀ ਦੀ ਗੱਲ ਕਰੀਏ ਤੇ ਕਾਂਗਰਸ ਦੀ ਗੱਲ ਕਰੀਏ, ਜਿੱਦਾਂ ਇੰਡੀਆ ਗੱਠਜੋੜ ਦੇ ਦੋਵੇਂ ਹਿੱਸੇ ਨੇ, ਪਰ ਫਿਰ ਵੀ ਸੂਬਾਈ ਲੈਵਲ ਤੇ ਇੱਕ ਦੂਜੇ ਦਾ ਵਿਰੋਧ ਕੀਤਾ ਜਾਂਦਾ ਹੈ। ਦਾਦੀ ਰੰਜਨ ਚੌਧਰੀ ਵੱਲੋਂ ਕਿਹਾ ਗਿਆ ਸੀ ਕਿ ਮਮਤਾ ਬੈਨਰਜੀ ਆਪਣੀ ਸੈਲਰੀ ਨਹੀਂ ਲੈਂਦੇ, ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਹ ਪੇਂਟਿੰਗਸ ਵੇਚ ਕੇ ਗੁਜ਼ਾਰਾ ਕਰਦੇ, ਪਰ ਉਹਨਾਂ ਵੱਲੋਂ ਇੱਕ 3 ਲੱਖ ਦੇ ਹੋਟਲ ਵਿੱਚ ਕਿਸ ਤਰ੍ਹਾਂ ਰਿਹਾ ਜਾ ਰਿਹਾ ਸੀ, ਜਿਸ ਤੇ ਇੱਕ ਦਿਨ ਦਾ ਕਿਰਾਇਆ 3 ਲੱਖ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਅਜੇ ਤੱਕ ਜਿਹੜੀ ਇਹਨਾਂ ਨੇ 410 ਸੀਟਾਂ ਨੇ ਨਾ, ਜਿਹੜੀਆਂ 410 ਸੀਟਾਂ ਦੇ ਉੱਤੇ ਇੰਡੀਆ ਅਲਾਇੰਸ ਨੇ ਸਾਂਝੇ ਤੌਰ ਤੇ ਘੱਟੋ ਘੱਟ ਉਮੀਦਵਾਰ ਖੜਾ ਕਰਨ ਦੀ ਗੱਲ ਕੀਤੀ ਆ, ਪਰ ਆਪਣੇ ਟੋਟਲ ਸੀਟਾਂ 543 ਨੇ। ਇਹਦਾ ਮਤਲਬ ਹੋ ਗਿਆ ਕਿ ਤੁਸੀਂ ਮੰਨ ਕੇ ਚੱਲੋ ਕਿ 133 ਸੀਟਾਂ ਹੈਗੀਆਂ ਨੇ ਜਿੱਤੇ ਸਿੱਧੇ ਤੌਰ ਤੇ ਵੀ ਇਹਨਾਂ ਦੀ ਲੜਾਈ ਹੋ ਸਕਦੀ ਹੈਗੀ ਹੈ, ਮਤਲਬ ਸਾਂਝਾ ਕੈਂਡੀਡੇਟ ਨਹੀਂ ਹੋਏਗਾ। ਤੇ ਬੰਗਾਲ ਦੀ ਸਥਿਤੀ ਵੀ ਉਹਨਾਂ ਸੂਬਿਆਂ ਵਿੱਚ ਇੱਕ ਆ ਰਹੀ ਹੈਗੀ ਹੈ ਜਿੱਥੇ ਹਾਲੇ ਕੋਈ ਇਹਨਾਂ ਦਾ ਗੱਠਜੋੜ ਵਾਲਾ ਹਿਸਾਬ ਕਿਤਾਬ ਦਿਖਾਈ ਨਹੀਂ ਦੇ ਰਿਹਾ ਹੈਗਾ। ਉਹ ਅੱਗੇ ਜਾ ਕੇ ਪਤਾ ਲੱਗੂਗਾ, ਕਿਉਂਕਿ ਇਹ ਤਾਂ ਇੱਕ ਦੇਖੋ, ਇਹ ਗੱਠਜੋੜ ਚੀਜ਼ ਨੂੰ ਸਮਝਣ ਦੀ ਲੋੜ ਆ। ਇਹ ਸਾਰੇ ਪਾਰਟੀਆਂ ਜਿਹੜੀਆਂ 26 ਇਸ ਸਮੇਂ 28 ਹੋ ਚੁੱਕੀਆਂ ਨੇ, 28, ਇਹ ਘੱਟੋ ਘੱਟ ਇੱਕ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠੀਆਂ ਹੋਈਆਂ ਨੇ। ਇਹ
ਇਹ ਕੋਈ ਇਹ ਨਹੀਂ ਕਿ ਇਹਨਾਂ ਦੀ ਕੋਈ ਵਿਚਾਰਕ ਸਾਂਝ ਹੈ ਜਾਂ ਹੋਰ ਸਾਰਾ ਕੁਝ ਹੈਗਾ, ਉਹ ਨਹੀਂ ਚੀਜ਼ ਹੈਗੀ। ਜੇ ਇਹਨਾਂ ਦਾ ਕੋਈ ਪਰਮਾਨੈਂਟ ਗੱਠਜੋੜ ਆ, ਜਿਵੇਂ ਕਦੇ ਅਕਾਲੀ ਦਲ ਤੇ ਬੀਜੇਪੀ ਦਾ ਹੁੰਦਾ ਸੀ, ਸ਼ਿਵ ਸੈਨਾ ਤੇ ਬੀਜੇਪੀ ਦਾ ਹੁੰਦਾ ਰਿਹਾ, ਜਾਂ ਫਿਰ ਐਨਸੀਪੀ ਤੇ ਕਾਂਗਰਸ ਦਾ ਜਿਹੜਾ ਗੱਠਜੋੜ ਹੈ ਨਾ, ਤੇ ਇਹ ਗੱਠਜੋੜ ਇਸ ਤਰ੍ਹਾਂ ਨਹੀਂ ਹੈਗੇ। ਇਹ ਗੱਠਜੋੜ ਇੱਕ ਖਾਸ ਮਿਨੀਮਮ ਪ੍ਰੋਗਰਾਮ ਉੱਤੇ, ਇੱਕ ਖਾਸ ਨੁਕਤੇ ਉੱਤੇ ਬਣਿਆ ਹੋਇਆ ਗੱਠਜੋੜ ਆ। ਇਸ ਕਰਕੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਡਿਫਰੈਂਟ ਤਰ੍ਹਾਂ ਦੀਆਂ ਵਿਚਾਰਾਂ ਵਾਲੀਆਂ ਪਾਰਟੀਆਂ ਨੇ। ਕੋਈ ਪਹਿਲੀ ਗੱਲ, ਇਹਦੇ ਵਿੱਚ ਖੇਤਰੀ ਪਾਰਟੀਆਂ ਵੀ ਨੇ, ਕੌਮੀ ਪਾਰਟੀਆਂ ਵੀ ਹੈਗੀਆਂ ਨੇ, ਇਹਦੇ ਵਿੱਚ ਰਾਈਟਿਸਟ ਪਾਰਟੀਆਂ ਵੀ ਨੇ, ਸ਼ਿਵ ਸੈਨਾ ਵਰਗੀਆਂ, ਇਹਦੇ ਵਿੱਚ ਸੈਕੂਲਰ ਕਹਾਉਣ ਵਾਲੀਆਂ ਪਾਰਟੀਆਂ ਵੀ ਹੈਗੀਆਂ ਨੇ, ਸਟਾਲਿਨ ਦੀ ਪਾਰਟੀ ਵਰਗੀਆਂ ਪਾਰਟੀਆਂ, ਇਹਦੇ ਵਿੱਚ ਜਿਹੜਾ ਹੈਗਾ ਖੇਤਰ ਪ੍ਰਸਤ ਪਾਰਟੀਆਂ ਵੀ ਨੇ, ਨੈਸ਼ਨਲ ਕਾਨਫਰੰਸ ਵਰਗੀਆਂ ਹੈ। ਸੋ ਉਹ ਸਾਰਿਆਂ ਦਾ ਇੱਕ ਮਿਲਗੋਬਾ ਹੈਗਾ ਜੀ। ਜਸਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਅਗਲੀ ਖਬਰ, ਮਾਹਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੀ ਜੋ ਨੀਤੀਗਤ ਦਰ ਹੈ ਆਰਬੀਆਈ ਵੱਲੋਂ ਮੋਰ ਬਰਕਰਾਰ ਕੀਤੀ ਜਾ ਸਕਦੀ ਹੈ। ਪੂਰਾ ਮਾਮਲਾ ਕੀ ਹੈ, ਇਸ ਤੇ ਗੱਲ ਕਰ ਲੈਂਦੇ ਹਾਂ। ਇਹ ਅਸਲ ਦੇ ਵਿੱਚ ਜਿਹੜਾ ਜ਼ਿਆਦਾਤਰ ਸਵਾਲ ਹੈ, ਇਹ ਸਾਡੇ ਅਰਥ ਸ਼ਾਸਤਰ ਨਾਲ ਜੁੜਿਆ ਹੋਇਆ, ਇਕਨੋਮਿਕਸ ਨਾਲ ਜੁੜਿਆ ਹੋਇਆ। ਪ੍ਰਚੂਨ ਦੀ ਜਿਹੜੀ ਮਹਿੰਗਾਈ ਦਰ ਆ, ਜੇ ਕਾਫੀ ਉੱਚੇ ਪੱਧਰ ਤੇ ਆ, ਤੇ ਅਮਰੀਕੀ ਕੇਂਦਰੀ ਜੋ ਬੈਂਕ ਹੈ, ਫੈਡਰਲ ਰਿਜ਼ਰਵ, ਉਹਨੇ ਕੁਝ ਹੋਰ ਸਮੇਂ ਲਈ ਰੁਖ ਸਖਤ ਕਰ ਲਿਆ, ਫੈਸਲਾ ਕੀਤਾ ਵਾ ਕਿ ਇਹ ਸਖਤੀ ਵਰਤਣ ਦਾ। ਤੇ ਅਜਿਹੇ ਵਿੱਚ ਜਿਹੜਾ ਮਾਹਿਰਾਂ ਦਾ ਮੰਨਣਾ ਕਿ ਅਗਲੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਭਾਰਤ ਵਿੱਚ ਦੀ ਜਿਹੜੀ ਭਾਰਤੀ ਰਿਜ਼ਰਵ ਬੈਂਕ ਹੈ, ਉਹਦੀ ਮੁਦਰਾ ਸਮੀਖਿਆ ਮੀਟਿੰਗ ਦੇ ਵਿੱਚ ਨੀਤੀਗਤ ਦਰ ਹੈ, ਉਹ ਇੱਕ ਵਾਰ ਫਿਰ ਬਰਕਰਾਰ ਰਹੂਗੀ। ਤੇ ਰਿਜ਼ਰਵ ਬੈਂਕ ਨੇ 8 ਫਰਵਰੀ 2023 ਨੂੰ ਜੋ ਰੈਪੋ ਦਰਾਂ ਨੇ, ਉਹਦੇ ਵਿੱਚ 6.5% ਦਰ ਕਰ ਦਿੱਤੀ ਹੈ। ਉਦੋਂ ਤੋਂ ਇਸ ਤੋਂ ਇਹਨੇ ਜਿਹੜਾ ਵੱਧ ਤੋਂ ਵੱਧ ਜਿਹੜਾ ਪ੍ਰਚੂਨ ਮਹਿੰਗਾਈ ਦਰ ਦੀ ਜਿਹੜੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਮਾਲ ਦੀ ਕੀਮਤ ਆ, ਉਹਦੇ ਦੇ ਉੱਤੇ ਫਰਕ ਪਏਗਾ। ਅਜੇ ਵੀ ਕਾਫੀ ਉੱਚੇ ਪੱਧਰ ਉੱਤੇ ਇਹ ਪ੍ਰਚੂਨ ਮਹਿੰਗਾਈ ਦਰ ਹੈਗੀ ਆ। ਮੁਦਰਾ ਨੀਤੀ ਦੀ ਕਮੇਟੀ ਆ, ਉਹਨੇ ਅਗਲੀ ਮੀਟਿੰਗ ਹੁਣ ਉਹਨਾਂ ਨੇ 4 ਅਕਤੂਬਰ ਨੂੰ ਰੱਖੀ ਹੈਗੀ ਆ। ਜਸਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਇੰਡੀਆ ਤੇ ਆਸਟ੍ਰੇਲੀਆ ਦੇ ਜੋ ਮੈਚ ਹੋਇਆ ਉਸ ਦੀ ਗੱਲਬਾਤ ਕਰ ਲੈਂਦੇ। ਇੱਕ 3 ਰੋਜ਼ਾ ਲੜੀ ਸੀ, ਜਿਸ ਨੂੰ ਭਾਰਤ ਵੱਲੋਂ 2-0 ਨਾਲ ਜਿੱਤਿਆ ਜਾ ਚੁੱਕਿਆ। ਇੱਕ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ, ਕਿਸ ਤਰ੍ਹਾਂ ਦੇਖਦੇ? ਸ਼ੁਭਮ ਗਿੱਲ ਤੇ ਗ੍ਰੇਸ ਦੀ ਅਈਅਰ ਆ, ਉਹਦੇ ਜਿਹੜੇ ਸਾਂਝੀ ਉਹਨਾਂ ਦੀ ਜਿਹੜੀ ਪਾਰੀ ਸੀਗੀ, ਉਹਨਾਂ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਇਹ ਜਿਹੜਾ ਹੈਗਾ ਮੀਂਹ ਤੋਂ ਪ੍ਰਭਾਵਿਤ ਦੂਸਰੇ ਦਿਨ 1 ਰੋਜ਼ਾ ਮੈਚ ਆਸਟ੍ਰੇਲੀਆ ਦੇ ਡਕਵਰਥ ਲੋਇਸ ਪ੍ਰਣਾਲੀ ਤਹਿਤ 99 ਦੇ ਨਾਲ ਦੌੜਾਂ ਨਾਲ ਜਿੱਤ ਹਾਸਲ ਕੀਤੀ ਹੈ। 3 ਮੈਚਾਂ ਦੀ ਲੜੀ ਦੇ ਵਿੱਚ 2-0 ਦੇ ਨਾਲ ਕਬਜ਼ਾ ਕਰ ਲਿਆ। ਬੱਲੇਬਾਜ਼ੀ ਦਾ ਜਿਹੜਾ ਹੈਗਾ ਸੱਦਾ ਮਿਲਣ ਦੇ ਮਗਰੋਂ ਭਾਰਤ ਨੇ 5 ਵਿਕਟਾਂ ਦੇ ਉੱਤੇ 339 ਦੌੜਾਂ ਦਾ ਰਿਕਾਰਡ ਬਣਾਇਆ ਸੀਗਾ। ਇਹਦੇ ਜਵਾਬ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਟੀਮ ਆ, 9 ਓਵਰਾਂ ਵਿੱਚ 2 ਵਿਕਟਾਂ ਦੇ ਉੱਤੇ 56 ਦੌੜਾਂ ਬਣਾਈਆਂ, ਤਾਂ ਮੀਂਹ ਜਿਹੜਾ ਪੈਣ ਲੱਗ ਗਿਆ। ਮੀਂਹ ਰੁਕਣ ਦੇ ਮਗਰੋਂ ਆਸਟ੍ਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਦਾ ਸੋਧਿਆ ਹੋਇਆ ਟੀਚਾ ਦਿੱਤਾ ਗਿਆ, ਪਰ ਮਹਿਮਾਨ ਟੀਮ 28 ਓਵਰਾਂ ਪੂਰੇ ਤੇ 29ਵੇਂ ਓਵਰ ਦੀ ਦੂਜੀ ਗੇਂਦ, ਉਹਦੇ ਵਿੱਚ 217 ਦੌੜਾਂ ਬਣਾ ਸਕੀ, ਜਿਹਦੇ ਕਰਕੇ ਜਿਹੜੀ ਇਹ ਜਿੱਤ ਜਿਹੜੀ ਹੈਗੀ ਹੈ ਭਾਰਤ ਦੀ ਹੋਈ ਹੈ। ਜਸਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਐਕਟਰੈਸ ਪਰਨੀਤੀ ਚੋਪੜਾ ਤੇ ਆਪ ਦੇ ਆਗੂ ਰਾਘਵ ਚੱਡਾ ਵਿਆਹ ਦੇ ਬੰਧਨ ਵਿੱਚ ਬੰਨ ਚੁੱਕੇ ਨੇ, ਪਰ ਇਸ ਵਿਚਕਾਰ ਖਬਰਾਂ ਸਾਹਮਣੇ ਆ ਰਹੀ ਕਿ ਇਸ ਤੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਜੋ ਆਗੂ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੇ ਕਿ ਜੋ ਵਿਆਹ ਦਾ ਖਰਚਾ ਉਹ ਕਿੱਥੋਂ ਚੱਕਿਆ ਜਾ ਰਿਹਾ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਪਹਿਲਾਂ ਇਹਨਾਂ ਦਾ ਇੱਕ ਤਾਂ ਚਲੋ ਇਹਨਾਂ ਦਾ ਜਿਹੜਾ ਵਿਆਹ ਬੰਧਨ ਚ ਬੰਨੇ ਗਏ ਨੇ, ਇਹਦੇ ਲਈ ਮੁਬਾਰਕਾਂ। ਤੇ ਦੂਜੇ ਪਾਸੇ ਜਿਹੜਾ ਹੈਗਾ ਰਾਘਵ ਚੱਡੇ ਤੇ ਇਹਦੀ ਵਿਆਹ ਤੇ ਖਰਚਾ ਕਾਫੀ ਹੋਇਆ ਹੈਗਾ। ਇਹਦੇ ਵਿੱਚ ਇੱਕ ਲੌਜਿਕ ਤਾਂ ਇਹ ਦੇ ਸਕਦੇ ਨੇ ਕਿ ਸਾਡੀ ਬੈਕਗਰਾਉਂਡ ਅੱਛੀ ਹੈਗੀ ਹੈ, ਰਾਘਵ ਚੱਡਾ ਵੀ ਤੇ ਪਰਨੀਤੀ ਚੋਪੜਾ ਵੀ, ਲੇਕਿਨ ਇਹ ਇੱਕ ਸਵਾਲਾਂ ਦੇ ਘੇਰੇ ਚ ਆਇਆ। ਲੇਕਿਨ ਇਹਦਾ ਹੁਣ ਪੁਖਤਾ ਸਬੂਤ ਕੋਈ ਨਹੀਂ ਹੈਗਾ ਆਪਣਾ ਲਵਦੀਪ, ਕੇ ਇਹ ਜਿਹੜਾ ਪੈਸਾ ਕੀ ਹੈ। ਇੰਨਾ ਕਿ ਜਦੋਂ ਤੁਹਾਡੇ ਉੱਤੇ ਸਵਾਲ ਖੜੇ ਹੁੰਦੇ ਆ, ਤੁਸੀਂ ਉਹਦਾ ਜਿਹੜਾ ਜਵਾਬ ਦੇਣਾ ਤੁਹਾਡਾ ਬਣਦਾ ਹੈਗਾ ਜ਼ਰੂਰ, ਕਿਉਂਕਿ ਹੁਣ ਸਾਡੇ ਕੋਲ ਵੀ ਕੋਈ ਹਾਲੇ ਸੋਰਸ ਨਹੀਂ, ਕਿਉਂਕਿ ਉਹ ਸਿਰਫ ਵਿਰੋਧੀਆਂ ਦੇ ਇੱਕ ਬਲੇਮ ਹੈਗਾ ਕਿ ਇਹਨਾਂ ਨੇ ਜਿਹੜਾ ਜੇ ਇੰਨਾ ਪੈਸਾ ਫੂਕਤਾ ਆਏ ਆ, ਕਿਉਂਕਿ ਉਹਦੇ ਲਈ ਲੌਜਿਕ ਬਹੁਤ ਹੈ, ਕਿਉਂਕਿ ਉਹਦੀ ਆਪਣੀ ਭੈਣ ਪ੍ਰਿਯੰਕਾ ਚੋਪੜਾ, ਉਹਦੀ ਬੈਕਗਰਾਉਂਡ ਬਹੁਤ ਤਕੜੀ ਹੈ। ਪਰਨੀਤੀ ਦੀ ਆਪਣੀ ਆਪ ਵੀ ਜਿਹੜਾ ਹਾਲੇ ਮਕਬੂਲ ਹੀਰੋਇਨ ਹੈਗੀ ਹੈ। ਰਾਘਵ ਚੱਡਾ ਦਾ ਵੀ ਆਪਣਾ ਕੰਮ ਕਾਰ ਠੀਕ ਰਿਹਾ, ਤੇ ਹੁਣ ਉਹ ਰਾਜ ਸਭਾ ਦਾ ਮੈਂਬਰ ਵੀ ਹੈ। ਰਾਜ ਸਭਾ ਦੇ ਮੈਂਬਰ ਦੀ ਵੀ ਸੁੱਖ ਨਾਲ ਚੰਗੀ ਤਨਖਾਹ ਹੁੰਦੀ ਹੈ। ਪੁਰਾਣੀ ਜਿਹੜੀ ਇਹਦੀ ਬੈਕਗਰਾਉਂਡ ਹੈ, ਫੈਮਿਲੀ ਬੈਕਗਰਾਉਂਡ ਵੀ ਕਾਫੀ ਠੀਕ ਹੈਗੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹਾਲ ਫਿਲਹਾਲ ਜਿਹੜਾ ਹੈਗਾ ਇਹਦੇ ਉੱਤੇ ਕੁਝ ਕਹਿਣਾ ਬੜਾ ਮੁਸ਼ਕਿਲ ਹੈ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ।
ਪੰਜਾਬ ਦੇ ਜੋ ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ ਇਸ ਵਕਤ ਸਿਆਸਤ ਪੱਕੀ ਹੋਈ ਹੈ, ਉਸ ਤੇ ਗੱਲਬਾਤ ਕਰ ਲੈਂਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਚਿੱਠੀ ਲਿਖੀ ਗਈ ਸੀ ਕਿ ਉਹ ਕੇਂਦਰ ਨੂੰ ਕਹਿਣ ਕਿ ਜੋ ਰੂਰਲ ਡਿਵੈਲਪਮੈਂਟ ਫੰਡ ਹੈ ਜਾਰੀ ਕੀਤਾ ਜਾਵੇ, ਪਰ ਰਾਜਪਾਲ ਵੱਲੋਂ ਕਿਹਾ ਇਹ ਗਿਆ ਕਿ ਉਹਨਾਂ ਵੱਲੋਂ ਜੋ 50 ਕਰੋੜ ਦਾ ਲੋਨ ਲਿਆ ਗਿਆ ਸੀ, ਉਸ ਦੇ ਬਾਰੇ ਹੀ ਸਰਕਾਰ ਤੋਂ ਸਵਾਲ ਪੁੱਛ ਲਿਆ ਗਿਆ, ਜਿਸ ਤੋਂ ਬਾਅਦ ਪੂਰੀ ਪੰਜਾਬ ਦੀ ਸਿਆਸਤ ਭੜਕੀ ਹੋਈ ਹੈ। ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ? ਅਸਲ 'ਚ ਆਪ ਸਰਕਾਰ ਦੇ ਵਿਰੋਧੀ ਧਿਰਾਂ ਆਪੋ ਸਾਹਮਣੇ ਹੋ ਗਈਆਂ। ਕਾਂਗਰਸ ਨੇ ਮੁੱਖ ਮੰਤਰੀ ਤੋਂ ਉਹਦਾ ਜਵਾਬ ਮੰਗਿਆ ਵੀ ਕਰਜ਼ੇ ਬਾਰੇ ਛੜੱਪੇ ਮਾਰ ਕੇ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਕਿਵੇਂ ਵੱਧ ਗਿਆ। ਸੁਨੀਲ ਜਾਖੜ ਵੀ ਕਹਿ ਰਹੇ ਨੇ ਕਿ ਸਰਕਾਰ ਰੋਜ਼ਾਨਾ ਔਸਤਨ 100 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਹੈ। ਇੱਕ ਚੀਜ਼ ਤਾਂ ਸਾਫ਼ ਹੈਗੀ ਹੈ, ਦੇਖੋ ਕਰਜ਼ੇ ਲਈ ਪੁਰਾਣੀਆਂ ਸਰਕਾਰਾਂ ਜ਼ਿੰਮੇਵਾਰ ਨੇ, ਇਹਦੇ ਤੇ ਕੋਈ ਇਨਕਾਰ ਨਹੀਂ ਕਰ ਸਕਦਾ ਹੈਗਾ। ਉਹਨਾਂ ਦਾ ਚਾਹੇ ਅਕਾਲੀ ਰਹੇ ਚਾਹੇ ਕਾਂਗਰਸੀ ਰਹੇ, ਉਹਨਾਂ ਦਾ ਯੋਗਦਾਨ ਹੈ। ਪਰ ਜਦੋਂ ਇਹ ਸੱਤਾ 'ਚ ਆਏ ਸੀ, ਇਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਤਰ੍ਹਾਂ ਦੀ ਪਾਲਿਸੀ ਲੈ ਕੇ ਆਵਾਂਗੇ, ਇਸ ਤਰ੍ਹਾਂ ਦਾ ਕੁਛ ਕਰਾਂਗੇ ਕਿ ਪੰਜਾਬ ਦਾ ਕਰਜ਼ਾ ਲਾਹ ਕੇ ਪਰਾਂ ਮਾਰਾਂਗੇ। ਇਹਦਾ ਕੁਛ ਮਹੀਨਿਆਂ 'ਚ ਹੀ ਕਹਿ ਰਹੇ ਸੀ ਕਿ ਕਰਜ਼ਾ ਲਾਉਣ ਦੀ ਗੱਲ ਕਰ ਰਹੇ ਸੀ, ਪਰ ਹੋਇਆ ਕੀ ਕਿ ਆਏ ਦਿਨ ਇਹ ਕਰਜ਼ਾ ਚੁੱਕ ਰਹੇ ਹੈਗੇ ਨੇ। ਕਰਜ਼ਾ ਲਗਾਤਾਰ ਵੱਧ ਰਿਹਾ। ਹਾਲੇ ਪਾਰਟੀ ਨੂੰ 11 ਮਹੀਨੇ ਹੋਏ ਸੀਗੇ ਤਾਂ 35,000 ਕਰੋੜ ਦਾ ਉਦੋਂ ਕਰਜ਼ਾ ਚੁੱਕ ਲਿਆ। ਫਿਰ ਉਹਦੇ ਬਾਅਦ ਕਦੇ 2,250 ਕਰੋੜ ਦਾ ਚੁੱਕ ਲਿਆ, ਕਦੇ ਕਿੰਨੇ ਦਾ ਚੁੱਕ ਲਿਆ। ਆਖਿਰ ਸਵਾਲ ਹੈ ਕਿ ਕਰਜ਼ਾ ਲਾਉਣਾ ਵੀ ਹੈ, ਤੇ ਕਈ ਵਾਰ ਹੁੰਦਾ ਕੀ ਹੈ ਕਿ ਜਦੋਂ ਏਦਾਂ ਤੁਸੀਂ ਕਰਜ਼ੇ ਚੁੱਕਦੇ ਹੋ ਤੇ ਜਿਹੜਾ ਤੁਸੀਂ ਦੁਬਾਰੇ ਕਰਜ਼ਾ ਫੇਰ ਚੁੱਕਿਆ ਹੁੰਦਾ, ਉਹ ਪੁਰਾਣਾ ਕਰਜ਼ੇ ਨੂੰ ਹੀ ਲਾਉਣ ਦਾ ਕੰਮ ਕਰਦਾ ਹੈ। ਮਤਲਬ ਉਹ ਕੋਈ ਸੂਬੇ ਦੀ ਭਲਾਈ ਲਈ ਕੰਮ ਨਹੀਂ ਆਉਂਦਾ ਹੈਗਾ। ਉਹ ਨਵਾਂ ਕਰਜ਼ਾ ਪੁਰਾਣੇ ਕਰਜ਼ੇ ਨੂੰ ਹੀ ਢੋਣ ਦਾ ਜਾਂ ਉਹਨੂੰ ਲਾਉਣ ਦਾ ਕੰਮ ਕਰਦਾ। ਸੋ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਤੋਂ ਇਹ ਸਵਾਲ ਜ਼ਰੂਰ ਪੁੱਛਿਆ ਜਾ ਸਕਦਾ ਕਿ ਤੁਸੀਂ ਜਿਹੜਾ ਕਰਜ਼ੇ ਨਾ ਚੁੱਕਣ ਦਾ ਤੁਸੀਂ ਕਿਹਾ ਸੀਗਾ ਕਿ ਕਰਜ਼ੇ ਚੁੱਕਣ ਦੀ ਪਰੰਪਰਾ ਦੇ ਉਲਟ ਅਸੀਂ ਇੱਕ ਨਵਾਂ ਆਪਣਾ ਇੱਕ ਮਾਡਲ ਦੇਵਾਂਗੇ, ਉਹ ਤੁਹਾਡਾ ਮਾਡਲ ਕਿੱਥੇ ਗਿਆ? ਉਹ ਮਾਡਲ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ। ਜੋ ਵਿਰੋਧੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬ ਨੂੰ ਹੈ ਸਰਕਾਰ ਇਸ ਵਕਤ ਦਿਵਾਲੀਆ ਕਰ ਰਹੀ ਹੈ। ਦੀਵਾਲੀਆ ਤਾਂ ਹੋਏਗਾ ਹੀ, ਕਿਉਂਕਿ ਲਗਾਤਾਰ ਜੋ ਤੁਸੀਂ ਕਰਜ਼ੇ ਚੁੱਕ ਰਹੇ ਹੋ, ਉਹ ਕਰਜ਼ੇ ਤੁਸੀਂ ਆਖਰ ਲੋਕਾਂ ਉੱਤੇ ਟੈਕਸ ਲਾ ਕੇ ਕਰੋਗੇ। ਜਿਵੇਂ ਕਿ ਤੁਸੀਂ ਲੋਕਾਂ ਦਾ ਹੀ ਸਿਰ ਹੋਏਗਾ, ਲੋਕਾਂ ਦੀ ਜੁੱਤੀਆਂ ਵੀ ਲੋਕਾਂ ਦੀ ਮਾਰੋਗੇ ਤੁਸੀਂ। ਸੋ ਉਹਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਾਰਾ ਪਾਰ ਉਤਾਰਾ ਉਹ ਲੋਕਾਂ ਦੇ ਸਿਰ ਦੇ ਉੱਤੇ ਹੀ ਹੋਏਗਾ ਕਿ ਚਾਹੇ ਟੈਕਸ ਲਾ ਦੋਗੇ, ਬਿੱਲਾਂ ਦੇ ਰੇਟ ਵਧਾ ਦੋਗੇ ਜਾਂ ਹੋਰ ਕੁਛ ਕਰ ਦੋਗੇ, ਹਨਾ। ਇਹ ਕਿਤੇ ਨਾ ਕਿਤੇ ਇਹਦੀ ਦੇਣਦਾਰ ਜਨਤਾ ਹੀ ਹੋਊਗੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਪੰਜਾਬ ਦੇ ਜੋ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਭਾਜਪਾ ਦੇ ਆਗੂ ਮਨਪ੍ਰੀਤ ਬਾਦਲ ਨੂੰ ਇਹ ਜੋ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਜੋ ਜ਼ਮੀਨ ਹੈ ਉਸ ਦੇ ਵਿੱਚ ਫਸੇ ਹੋਏ ਨੇ, ਤੇ ਇਸ ਵਿਚਕਾਰ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ 6 ਅਧਿਕਾਰੀਆਂ ਦੇ ਖਿਲਾਫ ਜੋ ਦੇ ਨਾਲ ਸੀ FIR ਦਰਜ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 2 ਸਰਕਾਰੀ ਅਧਿਕਾਰੀ ਵੀ ਨੇ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਮਨਪ੍ਰੀਤ ਇਸ ਮਾਮਲੇ 'ਚ ਬੁਰੀ ਤਰ੍ਹਾਂ ਘਿਰਿਆ ਹੋਇਆ ਨਜ਼ਰ ਆ ਰਿਹਾ। ਮਨਪ੍ਰੀਤ ਬਾਦਲ ਵਿਜੀਲੈਂਸ ਬਿਊਰੋ ਨੇ ਪਲਾਟ ਖਰੀਦਣ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ 2 ਕਰੀਬੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਵਿਅਕਤੀਆਂ ਦੀ ਜਿਹੜੀ ਭਾਜਪਾ ਆਗੂ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਦੇ ਵਿੱਚ ਖਰੀਦੇ ਗਏ ਪਲਾਟ ਦੇ ਮਾਮਲੇ ਵਿੱਚ ਭੂਮਿਕਾ ਦੱਸੀ ਜਾਂਦੀ ਹੈਗੀ ਆ, ਤੇ ਇਹਦੇ ਨਾਲ ਦੀ ਨਾਲ ਹੀ ਗ੍ਰਿਫਤਾਰ ਕੀਤੇ ਗਏ ਜਿਹੜੇ ਵਿਅਕਤੀਆਂ ਦੇ ਨਾਂ ਅਮਨਦੀਪ ਅਤੇ ਰਾਜੀਵ ਕੁਮਾਰ ਨੇ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਲਾਟ ਖਰੀਦ ਮਾਮਲੇ ਦੇ ਵਿੱਚ ਕਥਿਤ ਬੇਨਜ਼ੀਮਾਂ ਦੇ ਦੋਸ਼ ਲਾਏ ਨੇ, ਤੇ ਵਿਜੀਲੈਂਸ ਦੇ ਕੋਲ ਤਤਕਾਲੀ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸੋ ਉਸੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਵਿਜੀਲੈਂਸ ਵੱਲੋਂ ਕੁਝ ਸਮਾਂ ਪਹਿਲਾਂ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਬਠਿੰਡਾ ਸਥਿਤ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀ। ਦੱਸਿਆ ਜਾ ਰਿਹਾ ਕਿ ਵਿਜੀਲੈਂਸ ਥਾਣੇ ਦੇ ਵਿੱਚ ਸ਼ਾਮ ਨੂੰ ਮਨਪ੍ਰੀਤ ਬਾਦਲ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਤੇ ਇਹਦੇ ਵਿੱਚ ਜਿਹੜੇ ਮੁਲਜ਼ਮਾਂ ਦੇ ਵਿੱਚੋਂ ਜਿਹੜੇ ਹੋਰ ਮੁਲਜ਼ਮ ਹੈਗੇ ਨੇ ਉਹਦੇ ਵਿੱਚ ਰਾਜੀਵ ਗੋਇਲ, ਅਮਨਦੀਪ ਸਿੰਘ, BDA ਤਤਕਾਲੀ ਪ੍ਰਸ਼ਾਸਕੀ ਅਧਿਕਾਰੀ ਵਿਕਰਮ ਸ਼ੇਰਗਿੱਲ, BDA ਪ੍ਰਦੀਪ ਕਾਲੀਆ, ਇਹਨਾਂ ਦੇ ਨਾਂ ਸ਼ਾਮਲ ਨੇ। ਤੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਮੌਕੇ ਸਰੂਪ ਚੰਦ ਸਿੰਗਲਾ ਨੇ ਜਿਹੜੇ ਮਨਪ੍ਰੀਤ ਦੇ ਵਿਰੁੱਧ ਇਲੈਕਸ਼ਨ ਲੜੀ ਸੀ, ਜਿਨ੍ਹਾਂ ਨੇ ਉਹਨਾਂ ਨੇ ਮਨਪ੍ਰੀਤ ਬਾਦਲ ਨੇ ਬਠਿੰਡਾ ਸੀਟ ਤੋਂ ਚੋਣ ਲੜੀ ਸੀ, ਤੇ ਇਹ ਦੋਵੇਂ ਹੀ ਹਾਰ ਗਏ ਸੀਗੇ, ਤੇ ਇਹਨਾਂ ਨੇ ਹਾਰ ਤੋਂ ਬਾਅਦ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ, ਤੇ ਉਦੋਂ ਇਹ ਦੋਸ਼ ਸਾਹਮਣੇ ਆਉਣ ਲੱਗੇ ਸੀਗੇ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਇੱਕ ਰਿਪੋਰਟ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜੋ SSC ਬੋਰਡ ਹੈ ਉਸ ਦੇ ਵਿੱਚ 2% ਬਾਹਰਲੇ ਲੋਕਾਂ ਨੂੰ ਭਰਤੀ ਕੀਤਾ ਗਿਆ। ਪੂਰਾ ਮਾਮਲਾ ਕੀ ਹੈ, ਇਸ ਤੇ ਗੱਲ ਕਰ ਲੈਂਦੇ ਹਾਂ। ਅੱਜ ਜੋ ਖਬਰ ਆ ਰਹੀ ਹੈ ਕਿ SSS ਬੋਰਡ ਹੈ ਉਹ 'ਚ ਹੁਣ ਤੱਕ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ 356 ਨੌਜਵਾਨ ਭਰਤੀ ਕੀਤੇ ਗਏ ਨੇ, ਜੋ ਕਿ ਬੋਰਡ ਦੀ ਕੁੱਲ ਭਰਤੀ ਦਾ 2% ਬਣਦੇ ਹੈਗੇ ਨੇ। ਪਸ਼ੂ ਪਾਲਣ ਵਿਭਾਗ ਅਤੇ ਪਾਵਰਕਾਮ ਦੇ ਟਰਾਂਸਕੋ ਤੇ ਹਰਿਆਣਾ, ਰਾਜਸਥਾਨ ਦੇ ਕਾਫੀ ਨੌਜਵਾਨ ਨੌਕਰੀਆਂ ਲੈਣ ਸਫਲ ਹੋਏ ਨੇ। ਵੇਰਵਿਆਂ ਮੁਤਾਬਕ 2006 ਤੋਂ ਹੁਣ ਤੱਕ ਸਾਲਾਨਾ ਜਿਹੜੀ ਔਸਤ ਹੈ ਉਹ 1000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਚੁਣ ਰਿਹਾ ਵਾ।
ਤੇ ਲੰਘੇ ਹੋਏ 17 ਵਰ੍ਹਿਆਂ ਦੌਰਾਨ ਔਸਤ ਤੱਥ ਜਿਹੜੇ ਵੇਰਵੇ ਨੇ ਬੋਰਡ ਨੇ ਹਰ ਵਰ੍ਹੇ ਕਰੀਬ 1000 ਨੌਜਵਾਨ ਸਰਕਾਰੀ ਨੌਕਰੀ ਹੈ ਉਹਦੇ ਲਈ ਸਿਫਾਰਿਸ਼ ਕੀਤੀ ਹੈ। 2006 ਤੋਂ ਹੁਣ ਤੱਕ ਬੋਰਡ ਨੇ 17,864 ਉਮੀਦਵਾਰਾਂ ਦੀਆਂ ਨੌਕਰੀਆਂ ਦੇ ਲਈ ਸਿਫਾਰਿਸ਼ ਕੀਤੀ ਹੈ। ਇਹਦੇ ਵਿੱਚੋਂ 356 ਨੌਜਵਾਨ ਪੰਜਾਬ ਤੋਂ ਬਾਹਰ ਦੇ ਨੇ। ਅਕਾਲੀ ਭਾਜਪਾ ਸਰਕਾਰ ਵੇਲੇ 2013 ਦੇ ਵਿੱਚ 1400 ਕਲਰਕ ਭਰਤੀ ਕੀਤੇ ਗਏ ਸੀ, ਇਹਦੇ ਵਿੱਚੋਂ 122 ਦੂਜੇ ਸੂਬਿਆਂ ਦੇ ਸੀ। ਕਾਂਗਰਸ ਸਰਕਾਰ ਦੇ ਵੇਲੇ 2868 ਕਲਰਕ ਭਰਤੀ ਕੀਤੇ ਗਏ ਸੀ ਅਤੇ ਇਹਨਾਂ ਵਿੱਚੋਂ 12 ਹਰਿਆਣਾ ਦੇ, 7 ਰਾਜਸਥਾਨ ਦੇ ਤੇ 3 ਹਿਮਾਚਲ ਦੇ ਸੀ। ਅਮਰਿੰਦਰ ਸਿੰਘ ਸਰਕਾਰ ਦੇ ਸਮੇਂ ਬੋਰਡ ਨੇ 547 ਜੂਨੀਅਰ ਜਿਹੜੇ ਹੈਗੇ ਆ ਭਰਤੀ ਕੀਤੇ ਸੀ, ਇਹਨਾਂ ਦੇ ਜਿਨ੍ਹਾਂ ਵਿੱਚ ਚੰਡੀਗੜ੍ਹ ਦੇ 17, ਉੱਤਰ ਪ੍ਰਦੇਸ਼ ਦੇ 25 ਤੇ ਹਿਮਾਚਲ ਪ੍ਰਦੇਸ਼ ਦੇ 3, ਜੰਮੂ ਐਂਡ ਕਸ਼ਮੀਰ ਦੇ 2, ਦਿੱਲੀ ਦਾ ਜਿਹੜਾ 1 ਸੀ। ਇਸ਼ਤਿਹਾਰ ਨੰਬਰ 1/2021 ਦੇ ਤਹਿਤ ਭਰਤੀ ਕੀਤੇ ਗਏ 1331 ਜਿਹੜੇ ਨੇ ਮਾਲ ਪਟਵਾਰੀ ਨੇ, ਜ਼ਿਲ੍ਹੇਦਾਰ ਹੋ ਗਏ, ਨਹਿਰੀ ਪਟਵਾਰੀ ਨੇ, ਉਹ 10 ਸ਼ਾਮਲ ਨੇ ਬਾਹਰਲੇ ਸੂਬਿਆਂ ਵਾਲੇ, ਤੇ 1 ਉਮੀਦਵਾਰ ਉੱਤਰ ਪ੍ਰਦੇਸ਼ ਦਾ ਤੇ 7 ਜਿਹੜੇ ਹੈਗੇ ਨੇ ਹਰਿਆਣਾ ਦੇ ਸ਼ਾਮਲ ਸੀਗੇ। 2022 ਦੇ ਵਿੱਚ ਭਰਤੀ ਦੇ ਵਿੱਚ 429 ਵਿੱਚੋਂ 76 ਉਮੀਦਵਾਰ ਜਿਹੜੇ ਨੇ ਉਹ ਪੰਜਾਬ ਤੋਂ ਬਾਹਰਲੇ ਨੇ। ਹਾਲ ਹੀ ਦੇ ਵਿੱਚ ਜਿਹੜਾ ਭਰਤੀ ਕੀਤੇ ਗਏ 677 ਅਤੇ ਮਾਲ ਪਟਵਾਰੀਆਂ ਤੇ 3 ਹਰਿਆਣਾ ਦੇ ਤੇ 3 ਜਿਹੜੇ ਰਾਜਸਥਾਨ ਦੇ ਸ਼ਾਮਲ ਨੇ। ਤੇ ਐਸਐਸ ਬੋਰਡ ਦੇ ਵੱਲੋਂ ਲੰਘੇ 17 ਸਾਲਾਂ ਦੇ ਦੌਰਾਨ 7480 ਕਲਰਕ ਜਿਹੜੇ ਨੇ ਉਹ ਕਮ ਡਾਟਾ ਐਂਟਰੀ ਆਪਰੇਟਰ ਕੀਤੇ ਗਏ ਨੇ ਭਰਤੀ, ਤੇ ਜੋ ਕੁੱਲ 42% ਬਣਦੇ ਨੇ। ਬੋਰਡ ਦੇ ਇਸ਼ਤਿਹਾਰ ਦੇ ਵਿੱਚ ਕਿਹਾ ਗਿਆ ਕਿ 214 ਡਰਾਈਵਰ ਭਰਤੀ ਕੀਤੇ ਨੇ, ਪਰ ਇਹਨਾਂ ਵਿੱਚੋਂ ਸਿਰਫ 69 ਡਰਾਈਵਰਾਂ ਦੀ ਸਿਫਾਰਿਸ਼ ਕੀਤੀ ਗਈ ਸੀ। 145 ਡਰਾਈਵਰਾਂ ਦਾ ਨਿਪਟਾਰਾ 7 ਸਾਲਾਂ ਦੇ ਮਗਰੋਂ ਵੀ ਕੀਤਾ ਨਹੀਂ ਗਿਆ ਹਾਲੇ ਤੱਕ, ਮਤਲਬ ਨੌਕਰੀ ਤੇ ਨਹੀਂ ਰੱਖੇ ਗਏ ਹੈਗੇ। 2022 ਤੋਂ 939 ਕਲਰਕ ਕਮ ਡਾਟਾ ਐਂਟਰੀ ਆਪਰੇਟਰਾਂ ਦਾ ਜਿਹੜਾ ਮਾਮਲਾ ਵੀ ਅਜੇ ਕਿਸੇ ਧਨ ਪੱਤਰ ਨਹੀਂ ਲੱਗਿਆ। ਭਰਤੀ ਦੇ ਖਿਲਾਫ 181 ਕੇਸ ਅਦਾਲਤਾਂ ਦੇ ਵਿੱਚ ਪਏ ਨੇ, ਕਿਉਂਕਿ ਪਿਛਲੇ ਸਮੇਂ 'ਚ ਕੁਝ ਰੌਲਾ ਪੈ ਰਿਹਾ ਸੀ ਕਿ ਬਾਹਰੋਂ ਬੰਦੇ ਭਰਤੀ ਹੋ ਰਹੇ ਨੇ, ਫਲਾਣਾ ਹੋ ਰਿਹਾ ਹੈਗਾ, ਜੋ ਕਿ ਕੁਝ ਫੀਸਦੀ ਬਾਹਰੋਂ ਬੰਦੇ ਭਰਤੀ ਕਰਨੇ ਕਾਨੂੰਨੀ ਤੌਰ ਤੇ ਜਾਇਜ਼ ਨੇ, ਉਹ ਨਜਾਇਜ਼ ਨਹੀਂ ਹੈਗੇ। ਤੇ ਲੇਕਿਨ ਜਿਹੜਾ ਅਸਲੀ ਹਕੀਕਤ ਕੀ ਸੀ ਉਹਦਾ ਅੰਕੜਾ ਜਿਹੜਾ ਸਾਡੇ ਸਾਹਮਣੇ ਅੱਜ ਆਇਆ ਜੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ ਜੋ ਕਿ ਜਲੰਧਰ ਦੇ ਰਾਮਪੁਰ ਗੌਰਾ ਤੋਂ ਸਾਹਮਣੇ ਆ ਰਹੀ ਹੈ। ਇੱਥੇ ਬਿਆਸ ਦਰਿਆ ਦੇ ਵਿੱਚ ਡੁੱਬਣ ਕਰਕੇ 2 ਬੱਚਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਜੇ ਦੇਖਿਆ ਜਾਵੇ ਤਾਂ ਬੀਤੇ ਦਿਨ ਤੋਂ ਕਾਫੀ ਐਸੀਆਂ ਖਬਰਾਂ ਸਾਹਮਣੇ ਆ ਰਹੀਆਂ। ਕੀ ਕਿਹਾ ਜਾ ਸਕਦਾ ਇਸ ਦੇ ਵਿੱਚ? ਕੀ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਪਰਿਵਾਰ ਵਾਲਿਆਂ ਦੀ ਅਣਗਹਿਲੀ? ਥੋੜਾ ਅਣਗਹਿਲੀ ਆ, ਪ੍ਰਸ਼ਾਸਨ ਨਾਲੋਂ ਥੋੜਾ ਜਿਹਾ ਖੁਦ ਵੀ ਧਿਆਨ ਰੱਖਣਾ ਹੁੰਦਾ ਹੈਗਾ ਪਰਿਵਾਰ ਵੱਲੋਂ ਜਾਂ ਬੱਚਿਆਂ ਵੱਲੋਂ। ਤੇ ਕਿਉਂਕਿ ਉਹ ਦਰਿਆ ਦਾ ਆਏ ਆ ਵੀ ਤੁਸੀਂ ਉਹ 'ਚ ਨਹਾ ਰਹੇ ਹੋ, ਤੁਹਾਨੂੰ ਪਤਾ ਇਹ ਹੋਣਾ ਚਾਹੀਦਾ ਵੀ ਪਾਣੀ ਜਿਹੜਾ ਕਿੱਥੇ, ਜਿਹੜੀ ਖੱਡ ਕੋਈ ਡੂੰਘੀ ਹੋ ਗਈ, ਕਿੱਥੇ ਜਿਹੜਾ ਹੈਗਾ ਪਾਣੀ ਦਾ ਹੁਣ ਇੱਕਦਮ ਪਾਣੀ ਨੇ ਚੜ੍ਹ ਆਉਣਾ ਹੈਗਾ। ਸਗੋਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਮਾਰੂ ਦਰਿਆ ਹੈਗੇ ਨੇ ਉਹਦੇ ਵਿੱਚ ਤੁਸੀਂ ਇੱਕ ਰਿਸਕ ਹੀ ਲੈ ਰਹੇ ਹੈਗੇ, ਉਹ ਅਕਸਰ ਨਹੀਂ ਲੈਣਾ ਚਾਹੀਦਾ। ਹਜੇ ਵੀ ਗੱਲ ਕਰੀਏ ਜਦੋਂ ਦਰਿਆ ਉਹਨਾਂ ਵਿੱਚ ਹਜੇ ਵੀ ਪਾਣੀ ਕਾਫੀ ਆ ਰਿਹਾ, ਜਿਸ ਕਰਕੇ ਲੋਕਾਂ ਨੂੰ ਹਜੇ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਨਾ ਵੀ ਆਉਂਦਾ ਹੋਵੇ ਨਾ, ਹੜ੍ਹ ਨਾ ਆਉਂਦਾ ਹੋਵੇ, ਪਾਣੀ ਨਾ ਆਉਂਦਾ ਹੋਵੇ, ਨਾਰਮਲ ਅਵਸਥਾ ਵਿੱਚ ਵੀ ਹੋਵੇ, ਉੱਥੇ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਇੱਕ ਥਾਂ ਤੇ ਦਰਿਆ ਸੁੱਕਾ ਪਿਆ, ਦੂਜੇ ਥਾਂ ਤੇ ਕੋਈ ਇਹੋ ਜਿਹੀ ਖੱਡ ਆ ਜਿਹੜੀ ਡੂੰਘੀ ਹੈ, ਮਤਲਬ ਪਤਾ ਨਹੀਂ ਲੱਗਦਾ ਨਾ ਵੀ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਕੰਮ ਤੋਂ ਥੋੜਾ ਸਿਆਣੇ ਹੋਣਾ ਚਾਹੀਦਾ। ਸ਼ਿਵਿੰਦਰ ਜੀ, ਹੁਣ ਅਸੀਂ ਅੱਜ ਦੇ ਅਹਿਮ ਮੁੱਦੇ ਤੇ ਚਰਚਾ ਕਰ ਲੈਂਦੇ ਹਾਂ। ਕਸ਼ਮੀਰ ਦੇ ਵੱਖਵਾਦੀ ਨੇਤਾ ਕਹਿਣ ਜਾਣ ਵਾਲੇ ਮੀਰਵੈਜ਼ ਉਮਰ ਫਾਰੂਕ ਨੂੰ 4 ਸਾਲਾਂ ਦੇ ਬਾਅਦ ਰਿਹਾ ਕੀਤਾ ਗਿਆ। ਹਾਊਸ ਅਰੈਸਟ ਦੇ ਵਿੱਚ ਰੱਖਿਆ ਗਿਆ ਸੀ। ਧਾਰਾ 370 ਲੱਗਣ ਤੋਂ 1 ਦਿਨ ਪਹਿਲਾਂ ਹੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਮੀਰਵੈਜ਼ ਇੱਕ ਵੱਡੇ ਨੇਤਾ ਨੇ ਕਸ਼ਮੀਰ ਦੇ, ਆਪਣਾ ਆਧਾਰ ਰੱਖਦੇ ਨੇ ਉੱਥੇ, ਤੇ ਉਹਨਾਂ ਨੂੰ ਵੱਖਵਾਦੀ ਵਿਚਾਰਾਂ ਬਾਰੇ ਮੰਨਿਆ ਜਾਂਦਾ। ਭਾਰਤ ਸਰਕਾਰ ਉਹਨਾਂ ਨੂੰ ਕਈ ਵਾਰ ਪਾਕਿਸਤਾਨ ਦੇ ਹਮਾਇਤੀ ਵਜੋਂ ਵੀ ਦੇਖਦੀ ਹੈਗੀ ਆ। ਤੇ 5 ਅਗਸਤ 2019 ਨੂੰ 370 ਧਾਰਾ ਹਟਾਈ ਗਈ ਸੀਗੀ। ਉਹਨਾਂ ਨੂੰ 1 ਦਿਨ ਪਹਿਲਾਂ 4 ਅਗਸਤ 2019 ਨੂੰ ਜਿਹੜਾ ਘਰ 'ਚ ਨਜ਼ਰਬੰਦ ਕੀਤਾ ਗਿਆ, ਉਦੋਂ ਪਤਾ ਲੱਗ ਗਿਆ ਸੀ ਵੀ ਸਿਸਟਮ 'ਚ ਕੁਛ ਗੜਬੜ ਹੋ ਰਹੀ ਹੈ, ਕੁਛ ਕਾਲਾ ਹੋ ਰਿਹਾ ਹੈਗਾ। ਸੋ ਕਸ਼ਮੀਰੀ ਆਗੂ ਮੀਰਵੈਜ਼ ਉਮਰ ਫਾਰੂਕ ਨੂੰ ਉਹਨਾਂ ਦੇ ਵੱਲੋਂ ਜਿਹੜਾ ਆਪਣੀ ਨਜ਼ਦੀਕੀ ਜਿਹੜੇ ਨਜ਼ਰਬੰਦੀ ਹੈ ਉਹਦੇ ਖਿਲਾਫ ਉਹਨਾਂ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਵਿੱਚ 22 ਸਤੰਬਰ ਨੂੰ ਰਿਹਾ ਕੀਤਾ ਗਿਆ ਉਹਨਾਂ ਨੂੰ। ਸ਼੍ਰੀਨਗਰ ਦੀ ਜਾਮੀਆ ਮਸਜਿਦ ਦੇ ਵਿੱਚ ਧਾਰਮਿਕ ਆਗੂ ਦੇ ਨਾਲ ਹੀ ਖਿੱਤੇ ਦੇ ਜਿਹੜੇ ਮੁੱਖ ਵੱਖਵਾਦੀ ਹੁਰੀਅਤ ਕਾਨਫਰੰਸ ਦਾ ਉਹਦੇ ਚੇਅਰਮੈਨ ਹੋਣ ਦੇ ਨਾਤੇ ਮੀਰਵੈਜ਼ ਉਮਰ ਦਾ ਜਿਹੜਾ ਹੈਗਾ ਕਸ਼ਮੀਰ ਦੇ ਵਿੱਚ ਭਾਰੀ ਸਮਾਜਿਕ ਸਿਆਸੀ ਅਸਰ ਰਸੂਖ ਹੈ। ਇਸ ਲਈ ਖਾਸ ਕਰਕੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜੰਮੂ ਕਸ਼ਮੀਰ ਵਿੱਚ ਜਮਹੂਰੀਅਤ ਦੀ ਬਹਾਲੀ, ਚੋਣਾਂ ਕਰਵਾਏ ਜਾਣ ਦੀ ਜਿਹੜੀ ਕੀਤੀ ਜਾ ਰਹੀ ਮੰਗ ਹੈ, ਉਹਦੇ ਮੱਦੇਨਜ਼ਰ ਉਹਨਾਂ ਦੀ ਜਿਹੜੀ ਰਿਹਾਈ ਹੈ ਕਾਫੀ ਅਹਿਮੀਅਤ ਰੱਖਦੀ ਹੈ। ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਚੋਣ ਅਮਲ 5 ਅਗਸਤ 2019 ਨੂੰ ਵਿਵਾਦਤ ਜੋ ਇਹਨਾਂ ਨੇ 370 ਨੂੰ ਹਟਾਇਆ ਵਾ, ਉਦੋਂ ਬਾਅਦ ਵਿੱਚ ਸੂਬੇ ਦਾ ਦਰਜਾ ਖੋਹ ਲਿਆ,
ਉਦੋਂ ਬਾਅਦ ਵਿੱਚ ਉੱਥੇ ਡੈਮੋਕ੍ਰੈਟਿਕ ਢੰਗ ਨਾਲ ਚੁਣੀ ਹੋਈ ਸਰਕਾਰ ਚਲੀ ਜਾਂਦੀ ਹੈ। ਸੂਬਾ ਇੱਕ ਜਿਹੜਾ ਯੂਨੀਅਨ ਟੈਰੀਟਰੀ ਬਣ ਜਾਂਦਾ, 2 ਹਿੱਸੇ ਹੋ ਜਾਂਦੇ ਨੇ ਸੂਬੇ ਦੇ। ਤੇ ਇਹਦੇ ਨਾਲ ਹੀ ਜਿਹੜਾ ਹੈਗਾ ਇਸ ਕਾਰਵਾਈ ਤੋਂ ਬਾਅਦ ਤੇ ਇੱਕ ਦਿਨ ਪਹਿਲਾਂ ਵੀ ਜਿਹੜਾ ਹੈਗਾ 4 ਅਗਸਤ ਨੂੰ ਜਿਹੜਾ ਪਬਲਿਕ ਸੇਫਟੀ ਐਕਟ ਤਹਿਤ ਕਈ ਸਾਰੇ ਸਿਆਸੀ ਆਗੂਆਂ ਨੂੰ ਜਿਹੜਾ ਨਜ਼ਰਬੰਦ ਕੀਤਾ ਜਾਂਦਾ। ਇਹਦੇ ਵਿੱਚੋਂ ਮੀਰ ਵਾਇਸ ਹੋਰਾਂ ਨੂੰ ਵੀ ਕੀਤਾ ਜਾਂਦਾ। ਇੱਥੇ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਤੇ ਜੰਮੂ ਐਂਡ ਕਸ਼ਮੀਰ ਦੇ ਸਿਆਸੀ ਪਾਰਟੀ ਦੇ ਆਗੂ ਫਾਰੂਕ ਅਬਦੁੱਲਾ, ਜਿਹੜੇ ਕਿ ਨੈਸ਼ਨਲ ਕਾਨਫਰੰਸ ਪਾਰਟੀ ਦੇ ਆਗੂ ਨੇ, ਉਹਨਾਂ ਨੂੰ 1 ਸਾਲ ਤੋਂ ਵੀ ਘੱਟ ਸਮੇਂ ਤੋਂ ਬਾਅਦ ਪਾਰਟੀ 13 ਮਾਰਚ 2020 ਦੇ ਵਿੱਚ ਉਹਨਾਂ ਨੂੰ ਰਿਹਾ ਕਰ ਦਿੰਦੀ ਹੈ। ਤੇ ਇੱਕ ਹੋਰ ਸਾਬਕਾ ਮੁੱਖ ਮੰਤਰੀ ਪੀਡੀਪੀ ਦੀ ਆਗੂ ਮਹਿਬੂਬਾ ਮੁਫਤੀ ਹੈ, ਜਿਹੜੀ ਸਭ ਕੇ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਵੀ ਮੁੱਖ ਮੰਤਰੀ ਬਣੀ ਹੋਈ ਹੈ, ਤੇ ਉਹਨੂੰ ਵੀ ਜਿਹੜਾ ਉਸੇ ਸਾਲ ਹੀ ਛੱਡਿਆ ਜਾਂਦਾ। ਇਹਨਾਂ ਦੋਵਾਂ ਆਗੂਆਂ ਨੂੰ ਜਿਹੜਾ ਰਿਹਾਈ ਦੇ ਮੌਕੇ ਉਮੀਦ ਲਗਾਈ ਗਈ ਸੀ ਕਿ ਖੇਤਰੀ ਸਿਆਸਤੀ ਬਹਾਲੀ ਦਾ ਜਿਹੜਾ ਇਹਨਾਂ ਨੂੰ ਮੌਕਾ ਮਿਲ ਸਕਦਾ ਹੈਗਾ, ਤੇ ਇਹ ਖਿੱਤੇ ਦੇ ਵਿੱਚ ਜਮਹੂਰੀ ਪ੍ਰਕਿਰਿਆ ਦੀ ਬਹਾਲ ਦੇ ਲਈ ਸਿਆਸੀ ਪਾਰਟੀਆਂ, ਜਿਵੇਂ ਇਹ ਦੋਵੇਂ ਸਿਆਸੀ ਪਾਰਟੀਆਂ ਨੈਸ਼ਨਲ ਕਾਨਫਰੰਸ ਐਂਡ ਪੀਡੀਪੀ, ਇਹਨਾਂ ਦਾ ਸਹਿਯੋਗ ਮਿਲੂਗਾ। ਪਰ ਇਹਨਾਂ ਨੇ ਉਹ ਸਹਿਯੋਗ ਨਹੀਂ ਦਿੱਤਾ, ਕਿਉਂਕਿ ਉਹਦਾ ਕਾਰਨ ਕੀ ਸੀਗਾ ਕਿ ਬੀਜੇਪੀ ਆਨਾਕਾਨੀ ਕਰ ਰਹੀ ਸੀ, ਤੇ ਲੋਕਾਂ, ਜੇ ਤੁਸੀਂ ਉਸ ਹਾਲਤ ਵਿੱਚ ਸਹਿਯੋਗ ਦਿੰਦੇ ਤੇ ਲੋਕਾਂ ਨਾਲੋਂ ਤੁਸੀਂ ਟੁੱਟ ਜਾਣਾ ਸੀਗਾ ਇਹਨਾਂ ਦੋਹਾਂ ਪਾਰਟੀਆਂ ਨੇ। ਤੋਂ ਹੁਣ ਧਿਆਨ ਦੇਣ ਜੋ ਗੱਲ ਇਹ ਹੈਗੀ ਕਿ ਬੰਦੀ ਬਣਾਏ ਗਏ ਬਹੁਤੇ ਸਾਰੇ ਲੋਕ, ਜਿਨ੍ਹਾਂ ਦੇ ਵਿੱਚ ਪੱਤਰਕਾਰ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ, ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕਾਰਕੁਨ ਵੀ ਸ਼ਾਮਲ ਨੇ, ਉਹ ਹਾਲੇ ਵੀ ਜੇਲ੍ਹਾਂ ਵਿੱਚ ਬੰਦ ਹੈਗੇ ਨੇ, ਤੇ ਉਹਨਾਂ ਨੂੰ ਜਿਹੜਾ ਜ਼ਰੂਰੀ ਤੌਰ ਦੇ ਉੱਤੇ ਰਿਹਾ ਕੀਤਾ ਜਾਣਾ ਚਾਹੀਦਾ। ਖਾਸ ਤੌਰ ਦੇ ਉੱਤੇ ਜਦੋਂ ਦੇਸ਼ ਦੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੀਤੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ 370 ਨੂੰ ਮਨਸੂਖ ਕੀਤੇ ਜਾਣ ਦੇ ਖਿਲਾਫ ਦਾਇਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਵਿੱਚ ਹੁਣ ਕਿਸੇ ਵੀ ਵੇਲੇ ਚੋਣਾਂ ਕਰਾਉਣ ਨੂੰ ਤਿਆਰ ਆ। ਜੇ ਤਿਆਰ ਹੋ ਤਾਂ ਫਿਰ ਤੁਸੀਂ ਐਕਟਿਵਿਸਟਾਂ ਤੋਂ ਫੜੇ ਹੋਏ ਹੈਗੇ, ਉਹਨਾਂ ਨੂੰ ਛੱਡੋ। ਤੁਸੀਂ ਪਹਿਲਾਂ ਤਾਂ ਉਦੋਂ ਹੀ ਫੜਨੇ ਗਲਤ ਸੀਗੇ, ਤੇ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਮਾਹੌਲ ਸਾਜ਼ਗਾਰ ਹੋ ਗਿਆ ਫਲਾਨਾ, ਫਿਰ ਤਾਂ ਥੋੜੀ ਜਿਹੀ ਤੁਕ ਵੀ ਨਹੀਂ ਬਣਦੀ ਕਿ ਤੁਸੀਂ ਉਹਨਾਂ ਨੂੰ ਫੜ ਕੇ ਰੱਖੋ। ਤੇ ਹੁਣ ਜੰਮੂ ਐਂਡ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਥਾਂ ਰਾਜ ਦਾ ਦਰਜਾ ਦਿੱਤੇ ਜਾਣ ਵਾਲੇ ਵੀ ਚਰਚਾ ਹੋਣ ਲੱਗੀ ਹੈ। ਉਹ ਦੇਣਾ ਵੀ ਚਾਹੀਦਾ, ਕਿਉਂਕਿ ਉਹਦਾ ਰਾਜ ਦਾ ਦਰਜਾ ਖੋਣਾ ਵੀ ਗਲਤ ਗੱਲ ਸੀਗੀ। ਇਹਦੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਜੋ ਇਹ ਕਹਿ ਰਹੇ ਨੇ ਕਿ ਭਾਰਤ ਦਾ ਟੁੱਟ ਅੰਗ ਹੋਣ ਦੇ ਨਾਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਹੱਕ ਬਣਦਾ ਕਿ ਉਹ ਖਿੱਤੇ ਦੇ ਵਿੱਚ ਜਮਹੂਰੀ ਪ੍ਰਕਿਰਿਆ ਬਹਾਲ ਕੀਤੀ ਜਾਵੇ। ਕਿਉਂਕਿ ਜੇ ਤੁਸੀਂ ਮੰਨਦੇ ਹੋ ਕਿ ਜਿਹੜਾ ਕਸ਼ਮੀਰ ਸਾਡਾ ਟੁੱਟ ਅੰਗ ਹੈ, ਟੁੱਟ ਅੰਗ ਹੈ, ਫਿਰ ਭਾਈ ਟੁੱਟ ਅੰਗ ਨੂੰ ਤੁਸੀਂ ਜਮਹੂਰੀਅਤ ਤੋਂ ਬਾਹਰ ਕਿਉਂ ਰੱਖਿਆ ਹੋਇਆ? ਇਹ ਸਵਾਲ ਕੇਂਦਰ ਸਰਕਾਰ ਵੱਲੋਂ ਉੱਠਣਾ ਲਾਜ਼ਮ ਹੈ, ਤੇ ਕੇਂਦਰ ਸਰਕਾਰ ਦੇ ਸਥਿਤੀ ਸੁਧਾਰਨ ਤੇ ਦਾਅਵਿਆਂ ਦੀ ਜਿਹੜੀ ਰੌਸ਼ਨੀ ਵਿੱਚ ਚੁਣਾਵੀ ਅਮਲ ਕਰਨਾ ਹੁਣ ਸਮੇਂ ਦੀ ਮੰਗ ਹੈ। ਅਜੇ ਵੀ ਸਰਕਾਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਚੋਣਾਂ ਕਰਵਾਉਣ ਤੋਂ ਟਾਲਾ ਵੱਟ ਰਹੀ ਹੈ, ਤੇ ਸੂਬਿਆਂ ਦੀ ਜਿਹੜੀ ਹੱਦਬੰਦੀ ਕਰਨ ਲੱਗੀ ਹੋਈ ਹੈ, ਹਲਕਾ ਹੱਦਬੰਦੀ ਕਰਨ ਲੱਗੀ ਆ, ਉਹਦੇ ਵਿੱਚ ਵੀ ਬੜੇ ਘਾਲੇ ਮਾਲੇ ਆ ਰਹੇ ਨੇ। ਐਂ ਲੱਗਦਾ ਕਿ ਜਿਵੇਂ ਜਿਹੜਾ ਕਸ਼ਮੀਰ ਵਾਲਾ ਇਲਾਕਾ, ਉਹਦੇ ਹਲਕੇ ਛੋਟੇ ਕੀਤੇ ਜਾਂਦੇ ਆ ਤੇ ਜੰਮੂ ਵਾਲੇ ਹਲਕੇ ਵੱਡੇ ਕੀਤੇ ਜਾਂਦੇ ਨੇ, ਜਿਹਦਾ ਕਿ ਫਾਇਦਾ ਬੀਜੇਪੀ ਚੋਣਾਂ 'ਚ ਲੈਣਾ ਚਾਹੁੰਦੀ ਹੈ, ਜੇ ਉੱਥੇ ਕਦੇ ਚੋਣਾਂ ਹੋਣਗੀਆਂ ਤਾਂ। ਜੀ ਸ਼ਿਵਿੰਦਰ ਜੀ, ਜਿੱਦਾਂ ਕਿ ਵੱਖਵਾਦੀ ਨੇਤਾ ਹੋਏ ਆਪਣੇ ਅਲੱਗ ਵਿਚਾਰ ਰੱਖਦੇ ਨੇ, ਪਰ ਇਹਨਾਂ ਨੂੰ ਫਿਰ ਪਾਕਿਸਤਾਨੀ ਸਮਰਥਕ ਕਹਿਣਾ ਇਹ ਕਿੱਥੋਂ ਤੱਕ ਸਹੀ ਹੈ? ਚਾਹੇ ਪਾਕਿਸਤਾਨੀ ਸਮਰਥਕ ਹੋਣ ਤਾਂ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਤੁਹਾਡੀ ਜਮਹੂਰੀਅਤ ਜਿਹੜੀ ਬਹੁਤ ਵੱਡੀ ਹੈਗੀ ਆ, ਵਿਸ਼ਾਲ ਹੈਗੀ ਆ। ਸਵਾਲ ਇਹ ਹੈਗਾ ਕਿ ਕਸ਼ਮੀਰ ਦਾ ਜਿਹੜਾ ਮਸਲਾ ਹੈਗਾ ਉਹ ਉਲਝਿਆ ਕਿਵੇਂ ਆ? ਉਹ ਬਹੁਤ ਸੈਂਸਿਟਿਵ ਇਸ਼ੂ ਆ ਕਸ਼ਮੀਰ ਦਾ। ਕਸ਼ਮੀਰ ਦੇ ਸੈਂਸਿਟਿਵ ਇਸ਼ੂ ਹੋਣ ਕਰਕੇ ਕਸ਼ਮੀਰ ਦੇ ਬਾਰੇ ਜਿਹੜਾ ਹਮੇਸ਼ਾ ਭਾਰਤ ਸਰਕਾਰ ਨੇ ਕਦੇ ਉਸ ਤਰ੍ਹਾਂ ਸੈਂਸਿਟਿਵ ਹੋ ਕੇ ਕੰਮ ਨਹੀਂ ਕੀਤਾ ਹੈਗਾ, ਤੇ ਜੋ ਕੰਮ ਹੁਣ ਬੀਜੇਪੀ ਕਰਨ ਲੱਗੀ ਆ ਉਹ ਤਾਂ ਬਿਲਕੁਲ ਹੀ ਨਹੀਂ ਹੈਗਾ। ਉਹ ਤਾਂ ਤੁਹਾਨੂੰ ਕਸ਼ਮੀਰੀਆਂ ਦੇ ਨਾਲ, ਜਿਹੜੇ ਕਸ਼ਮੀਰੀ ਆਵਾਮ ਹੈ, ਉਹ ਆਮ ਲੋਕਾਂ ਨੂੰ ਜਿਹੜਾ ਹੈਗਾ ਕੱਟੇਗੀ ਸਰਕਾਰ ਨਾਲੋਂ ਜਾਂ ਭਾਰਤ ਨਾਲੋਂ। ਕੱਟੀ ਵੀ ਇਹ ਦਰਾੜ ਪਈ ਹੋਈ ਆ। ਜਦੋਂ ਭਾਰਤ ਸਰਕਾਰ ਵਿਰੁੱਧ ਨਾਅਰੇ ਲਾਉਂਦੇ ਨੇ, ਫੌਜ ਵਿਰੁੱਧ ਨਾਅਰੇ ਲਾਉਂਦੇ ਨੇ, ਤਾਂ ਹੀ ਲਾਉਂਦੇ ਨੇ ਕਿ ਫੌਜ ਜ਼ੁਲਮ ਕਰਦੀ ਆ। ਭਾਰਤ ਸਰਕਾਰ ਦਾ ਜਿਹੜਾ ਨਜ਼ਰੀਆ ਉਹਨਾਂ ਦੇ ਬਾਰੇ ਜਿਹੜਾ ਹੈਗਾ ਮਾਨਵੀ ਨਹੀਂ ਹੈਗਾ। ਇਹ ਤਾਂ ਇੰਟਰਨੈਸ਼ਨਲ ਰਿਪੋਰਟਾਂ ਕਹਿ ਰਹੀਆਂ ਹੈਗੀਆਂ ਨੇ, ਚਾਹੇ ਅਲ ਜਜ਼ੀਰਾ ਨੂੰ ਚੱਕ ਲਓ, ਚਾਹੇ BBC ਨੂੰ ਚੱਕ ਲਓ, ਚਾਹੇ CNN ਨੂੰ ਚੱਕ ਲਓ, ਉਹ ਸਾਰੀਆਂ ਦੱਸ ਰਹੀਆਂ ਕਿ ਕਿਵੇਂ ਕਸ਼ਮੀਰ ਦੇ ਵਿੱਚ ਜਮਹੂਰੀਅਤ ਘਰਾਂ ਦਾ ਘਾਣ ਹੋ ਰਿਹਾ। ਸੋ ਕਸ਼ਮੀਰੀਆਂ ਦੇ ਦਿਲ ਵੱਖਵਾਦੀ ਕਹਿ ਕੇ ਨਹੀਂ ਜਿੱਤੇ ਜਾ ਸਕਦੇ, ਉਹਨਾਂ ਨੂੰ ਆਪਣਾ ਬਣਾ ਕੇ ਜਿੱਤੇ ਜਾ ਸਕਦੇ। ਬਲਕਿ ਜਿਹੜੀ ਕੋਸ਼ਿਸ਼ ਸ਼ੁਰੂ ਹੋਈ ਵੀ ਸੀਗੀ ਮਨਮੋਹਨ ਸਿੰਘ ਦੇ ਸਮੇਂ, ਉਹਨੂੰ ਬੀਜੇਪੀ ਨੇ 370 ਖਤਮ ਕਰਕੇ ਸੂਬੇ ਨੂੰ ਯੂਨੀਅਨ ਟੈਰੀਟਰੀ ਵਿੱਚ ਬਦਲ ਕੇ ਉਹ ਸਾਰਾ ਕੰਮ ਧਰਿਆ ਧਰਾਇਆ ਖਰਾਬ ਕਰ ਦਿੱਤਾ। मीर वाइस का खुद कहना कि ये जो समय है युद्ध का समय नहीं है, पर जो जम्मू कश्मीर है उसके जो ह्यूमन राइट्स है उनका बुरी तरह घान किया जा रही है। जम्मू एंड कश्मीर ਤੇ ਹਿਊਮਨ ਰਾਈਟਸ ਦਾ ਬਹੁਤ ਜ਼ਿਆਦਾ ਘਾਣ ਹੋ ਰਿਹਾ, ਉਹ ਰਿਪੋਰਟ ਹੀ ਨਹੀਂ ਹੋ ਰਿਹਾ ਹੈਗਾ ਉੱਥੇ। ਮਤਲਬ ਇੰਨਾ ਬੁਰਾ ਹਾਲ ਹੈ ਕਿ ਜੇ ਤੁਸੀਂ ਬੁਰਾ ਹਾਲ ਦੇਖਣ ਜਾਓ ਕਿ ਕਸ਼ਮੀਰ ਨੂੰ ਇੱਕ ਵਾਰ ਜਾ ਕੇ ਦੇਖ ਆਓ ਤੇ ਉਹਦੇ ਵਿੱਚ ਪਤਾ ਲੱਗ ਜਾਏਗਾ ਕਿ ਬੁਰਾ ਹਾਲ ਹੈ। ਜਦੋਂ ਅੱਗੇ ਜਾ ਕੇ ਗਰਾਊਂਡ ਰਿਪੋਰਟਿੰਗ ਕਰਨੀ ਹੈ ਫਿਰ ਹੋਰ ਪਤਾ ਲੱਗ ਜੂ
ਪਰ ਉੱਥੇ ਹੁਣ ਗਰਾਊਂਡ ਰਿਪੋਰਟਿੰਗ ਹੋਣ ਹੀ ਨਹੀਂ ਦਿੰਦੇ। ਕਿੰਨੇ ਸਾਰੇ ਤਾਂ ਪੱਤਰਕਾਰ ਤੇ ਐਕਟਿਵਿਸਟ ਜੇਲ੍ਹਾਂ 'ਚ ਸੱਟੇ ਹੋਏ ਨੇ ਇਹਨਾਂ ਨੇ, ਤੇ ਉਹ ਲਿਖਣ ਤੇ ਪਾਬੰਦੀ ਹੈ, ਬੋਲਣ ਤੇ ਪਾਬੰਦੀ ਹੈ। ਕਸ਼ਮੀਰ ਲੱਗਦਾ ਹੀ ਨਹੀਂ ਕਿ ਹਿੰਦੁਸਤਾਨ ਦਾ ਹਿੱਸਾ ਹੈਗਾ। ਇਸ ਤਰ੍ਹਾਂ ਦਾ ਕਰ ਛੱਡਿਆ ਇਹਨਾਂ ਨੇ। ਜਸਵਿੰਦਰ ਜੀ, ਇਹਨਾਂ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਲਵਦੀਪ, ਮਿਹਰਬਾਨੀ ਜੀ। ਖਬਰ ਪੁਆਇੰਟ ਦੇ ਅੱਜ ਦੇ ਐਪੀਸੋਡ 'ਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਤੇ ਮੁੱਦੇ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ।